ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 29 ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 29। ਅੱਜ ਦੇ ਇਸ ਲੜੀਵਾਰ ਦੇ ਵਿੱਚ ਅਸੀਂ ਪਿਛਲੇ ਲੜੀਵਾਰ ਦੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਗੱਲਬਾਤ ਕਰਾਂਗੇ ਚਮੜੀ ਦੀਆਂ ਬਿਮਾਰੀਆਂ ਦੀ। ਪਿਛਲੀ ਵਾਰ ਅਸੀਂ ਚਮੜੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਵੀ ਚਮੜੀ ਬੋਡੀ ਦੇ ਅੰਦਰ, ਸਰੀਰ ਦੇ ਅੰਦਰੋਂ ਗੰਦਗੀ ਕਿਸ ਤਰ੍ਹਾਂ ਬਾਹਰ ਕੱਢਦੀ ਹੈ, ਚਮੜੀ ਦੀ ਰੂਪ ਰੇਖਾ ਕੀ ਹੁੰਦੀ ਹੈ, ਚਮੜੀ ਦੀ ਬਣਤਰ ਕਿਵੇਂ ਹੁੰਦੀ ਹੈ, ਚਮੜੀ ਕਿਹੜੇ ਕਿਹੜੇ ਕੰਮ ਕਰਦੀ ਹੈ ਬੋਡੀ ਦੇ ਵਿੱਚ ਰਹਿ ਕੇ, ਚਮੜੀ ਦੇ ਅੰਦਰ ਤੇ ਬਾਹਰ ਦਾ ਸਿਸਟਮ ਕਿਸ ਤਰ੍ਹਾਂ ਦਾ ਹੁੰਦਾ ਤੇ ਚਮੜੀ ਨੂੰ ਜਿਹੜੇ ਆ ਉਹ ਰੋਗ ਲੱਗਣ ਦੇ ਜਿਹੜੀਆਂ ਕਿਵੇਂ ਸੰਭਾਵਨਾਵਾਂ ਵੱਧ ਜਾਂਦੀਆਂ ਹੈਗੀਆਂ ਨੇ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਵੀ ਚਮੜੀ ਦੀ ਬਣਤਰ ਆਪਾਂ ਪੂਰੀ ਦੱਸਤੀ ਦਰਸ਼ਕਾਂ ਨੂੰ। ਹੁਣ ਆਪਾਂ ਆਈਏ ਕਿ ਚਮੜੀ ਦੇ ਰੋਗ ਤੇ ਵੈਸੇ ਤਾਂ ਤੁਸੀਂ ਪਿਛਲੀ ਵਾਰ ਥੋੜ੍ਹੇ ਬਹੁਤ ਗਣਾਏ ਸੀਗੇ, ਲੇਕਿਨ ਆਪਾਂ ਜੇ ਸ਼ੁਰੂ ਕਰੀਏ ਤੇ ਪਹਿਲਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਚੰਗੀ ਭਲੀ ਚਮੜੀ ਜਿਹੜੀ ਆ ਉਹ ਬਿਮਾਰ ਕਿਉਂ ਹੋਣਾ ਸ਼ੁਰੂ ਹੁੰਦੀ ਹੈ, ਕਿਹੜੀਆਂ ਕਿਹੜੀਆਂ ਉਹ ਵਜ੍ਹਾ ਹੁੰਦੀਆਂ ਨੇ ਜਿਨ੍ਹਾਂ ਕਰਕੇ ਚਮੜੀ ਆਪਣੀ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ। ਇੱਦਾਂ ਕੁਲਵੰਤ ਜੀ, ਜਿਹੜਾ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਡੇ ਸਰੀਰ 'ਚ ਜੀਵਨ ਕਿਹੋ ਜਿਹਾ ਹੈ ਕਿ ਜਿਹੜੇ ਜ਼ਹਿਰ ਬਾਹਰ ਨੇ ਉਹ ਜਦੋਂ ਅੰਦਰ ਚਲੇ ਜਾਂਦੇ ਆ ਤਾਂ ਅੰਦਰ ਜਾ ਕੇ ਟਰੈਪ ਹੋ ਜਾਂਦੇ ਆ। ਯਾਨੀ ਕਿ ਅੰਦਰ ਜਾਣ ਦਾ ਰਸਤਾ ਜਿਹੜਾ ਹੈ ਉਹ ਤਾਂ ਖੁੱਲ੍ਹਾ ਹੈ, ਲੇਕਿਨ ਬਾਹਰ ਆਉਣ ਦਾ ਰਸਤਾ ਬਹੁਤ ਪੀੜਾ ਹੈ। ਚਾਹੇ ਉਹ ਗੁਰਦੇ ਨੇ, ਚਾਹੇ ਲਿਵਰ ਹੈ, ਚਾਹੇ ਅੰਤੜੀਆਂ ਨੇ, ਚਾਹੇ ਫੇਫੜੇ ਨੇ, ਚਾਹੇ ਚਮੜੀ ਆ, ਇਹ ਸਾਰੇ ਰਲ ਕੇ ਵੀ ਜਿੰਨੇ ਜ਼ਹਿਰ ਅੰਦਰ ਜਾਂਦੇ ਉਹਨਾਂ ਨੂੰ ਬੜੇ ਮੁਸ਼ਕਿਲ ਨਾਲ ਬਾਹਰ ਕੱਢਦੇ ਆ। ਅਤੇ ਅੱਜ ਦਾ ਜਿਹੜਾ ਯੁੱਗ ਹੈ ਉਹ ਹੈਗਾ ਜ਼ਹਿਰਾਂ ਦਾ ਹੜ੍ਹ ਆਇਆ ਹੋਇਆ। ਹੜ੍ਹ ਚਾਰ ਚਫੇਰੇ, ਹਵਾ ਵੀ ਜ਼ਹਿਰੀਲੀ, ਪਾਣੀ ਵੀ ਜ਼ਹਿਰੀਲਾ, ਮਿੱਟੀ ਵੀ ਜ਼ਹਿਰੀਲੀ, ਖਾਣੇ ਵੀ ਜ਼ਹਿਰੀਲੇ, ਉੱਤੋਂ ਇੰਡਸਟਰੀਅਲ ਫੂਡਸ, ਉੱਤੋਂ ਜਿਹੜੀਆਂ ਕੈਮੀਕਲ ਦਵਾਈਆਂ, ਉੱਤੋਂ ਸਾਡੇ ਜਿਹੜੇ ਥਾਟ ਪ੍ਰੋਸੈਸ ਹੈ, ਸਾਡੀ ਜੀਵਨ ਹੈ ਉਹ ਇੰਨਾ ਸਟਰੈਸਫੁੱਲ ਹੈ ਕਿ ਉਹ ਅੰਦਰ ਜ਼ਹਿਰ ਬਹੁਤ ਬਣੀ ਜਾਂਦੇ ਹੈ। ਸਾਡੀ ਨੈਗੇਟਿਵਿਟੀ ਬਹੁਤ ਹੈ, ਜਿਹੜਾ ਸਾਡਾ ਜ਼ਿੰਦਗੀ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਮਾਰਾਮਾਰੀ ਬਹੁਤ ਜ਼ਿਆਦਾ ਹੈ, ਮੈਨੈਸ ਬਹੁਤ ਜ਼ਿਆਦਾ ਹੈ। ਅਤੇ ਸਾਰਾ ਕੁਛ ਕੀ ਰਲ ਮਿਲ ਕੇ ਕੀ ਕਰਦਾ ਕਿ ਬਹੁਤ ਸਾਰੇ ਜ਼ਹਿਰ ਜਿਹੜੇ ਨੇ ਉਹ ਸਰੀਰ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਆ। ਜਦੋਂ ਸਰੀਰ ਦੇ ਅੰਦਰ ਇਕੱਠੇ ਹੁੰਦੇ ਆ ਜ਼ਹਿਰ, ਤਾਂ ਸਰੀਰ ਜਿਹੜਾ ਹੈ ਕੁਦਰਤ ਅੰਦਰ ਜਿਹੜੀ ਕੁਦਰਤ ਬੈਠੀ ਹੈ, ਪਰਮਾਤਮਾ ਬੈਠਾ ਹੈ ਅੰਦਰ, ਇੱਕ ਸ਼ਕਤੀ ਬੈਠੀ ਹੈ ਜਿਹੜੀ ਸਾਰੇ ਚੀਜ਼ ਨੂੰ ਕੋਆਰਡੀਨੇਟ ਕਰਦੀ ਹੈ, ਤਾਂ ਉਹਨੂੰ ਇੱਕ ਭਾਜਣਾ ਪੈ ਜਾਂਦੀਆਂ ਨੇ ਵੀ ਮੈਂ ਹੁਣ, ਕਿਉਂਕਿ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਕੁਦਰਤ ਦੇ ਅੰਦਰ ਇੱਕ ਪ੍ਰੋ ਸਰਵਾਈਵਲ ਮੈਕੈਨਿਜ਼ਮ ਹੁੰਦਾ ਕਿ ਕੁਦਰਤ ਨੇ ਜਿਸ ਜੀਵ ਨੂੰ ਜਿੰਨੇ ਚਿਰ ਲਈ ਬਣਾਇਆ ਹੈ, ਕੁਦਰਤ ਉਹਨੂੰ ਤੁਲ ਜਾਂਦੀ ਹੈ ਵੀ ਇਹਨੂੰ ਉਨਾ ਚਿਰ ਜਿਉਣਾ ਚਾਹੀਦਾ। ਕੋਈ ਚੀਜ਼ ਜਦੋਂ ਉਹਨੂੰ ਪਹਿਲਾਂ ਮਾਰਨ ਲੱਗਦੀ ਹੈ ਤਾਂ ਕੁਦਰਤ ਉਹਨੂੰ ਬਹੁਤ ਮੁਖਾਲਫਤ ਕਰਦੀ ਉਹਦੀ, ਅਤੇ ਉਸ ਜੀਵ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪੂਰੀ ਤੁਲ ਕੇ। ਤਾਂ ਕੁਦਰਤ ਪੂਰੀ ਤੁਲ ਕੇ ਜਿਹੜੀ ਕੋਸ਼ਿਸ਼ ਕਰਦੀ ਹੈ ਕਿ ਜਿਹੜੇ ਜ਼ਹਿਰ ਨੇ, ਮਾਰਾਮਾਰੀ ਹੋ ਰਹੀ ਹੈ, ਚਾਹੇ ਹਵਾ 'ਚ ਹੈ ਜਾਂ ਪਾਣੀ 'ਚ ਹੈ ਜਾਂ ਖਾਣੇ 'ਚ ਨੇ ਜਾਂ ਸਨਅਤੀ ਫੂਡ ਨੇ ਜਾਂ ਸਾਡੀ ਮਾਰਾਮਾਰੀ ਹੈ ਜ਼ਿੰਦਗੀ ਦੀ ਜਾਂ ਦਵਾਈਆਂ ਨੇ, ਤਾਂ ਸਾਰਾ ਰਲ ਮਿਲ ਕੇ ਇੰਨਾ ਜ਼ਿਆਦਾ ਹੜ੍ਹ ਆਇਆ ਹੋਇਆ ਜ਼ਹਿਰਾਂ ਦਾ ਕਿ ਉਹ ਜਦੋਂ ਜ਼ਹਿਰ ਅੰਦਰ ਜਾਂਦੇ ਆ ਤਾਂ ਮੰਨ ਲਓ ਆਪਾਂ 100 ਯੂਨਿਟ ਜ਼ਹਿਰ ਅੰਦਰ ਗਿਆ ਤਾਂ ਬਾਹਰ 100 ਨਹੀਂ ਨਿਕਲਦਾ। ਸਾਰੇ ਰਲ ਕੇ ਵੀ 100 ਬਾਹਰ ਨਹੀਂ ਕੱਢ ਸਕਦੇ। ਮੰਨ ਲਓ ਉਹਨਾਂ ਨੇ 70 ਯੂਨਿਟ ਬਾਹਰ ਕੱਢਤੇ, 30 ਅੰਦਰ ਰਹਿ ਗਏ ਨਾ, ਅਗਲੇ ਦਿਨ ਫਿਰ 100 ਅੰਦਰ ਚਲੇ ਗਏ, ਫਿਰ 30 ਅੰਦਰ ਰਹਿ ਗਏ, ਅਗਲੇ ਦਿਨ ਫਿਰ 100 ਚਲੇ, ਉਹ ਰੋਜ਼ 30 ਯੂਨਿਟ ਅੰਦਰ ਰਹੀ ਜਾਂਦੇ। ਤਾਂ ਜਦੋਂ ਟਾਈਮ ਲੰਘ ਜਾਂਦਾ ਬਾਬਾ ਤੋਂ ਬਣਦੇ ਪਹਾੜ ਬਣ ਜਾਂਦਾ ਅੰਦਰ। ਤਾਂ ਜ਼ਹਿਰ ਇੰਨੇ ਇਕੱਠੇ ਹੋ ਜਾਂਦੇ ਆ ਵੀ ਸਰੀਰ ਨੂੰ ਭੱਜਣਾ ਪੈ ਜਾਂਦੇ, ਅਤੇ ਕੁਦਰਤ ਜਿਹੜੀ ਹੈ ਉਹਨੂੰ ਇੱਕ ਜਿਹਨੂੰ ਕਹਿੰਦੇ ਖਲਬਲੀ ਮਚ ਜਾਂਦੀ ਹੈ ਕਿ ਇਸ ਜੀਵ ਨੂੰ ਮੈਂ ਕਿਵੇਂ ਬਚਾਵਾਂ। ਤਾਂ ਉਹਨੂੰ ਬਚਾਉਣ ਵਾਸਤੇ ਫਿਰ ਕੁਦਰਤ ਜਿਹੜੀ ਹੈ ਉਹ ਇਹਨਾਂ ਅੰਗਾਂ ਨੂੰ ਵਰਤਦੀ ਹੈ। ਪਹਿਲਾਂ ਤਾਂ ਅੰਤੜੀਆਂ ਨੂੰ ਵਰਤਦੀ ਹੈ। ਅੰਤੜੀਆਂ ਰਾਹੀਂ ਤੁਸੀਂ ਪਾਓਗੇ ਪੇਟ ਖਰਾਬ ਰਹਿਣਾ, ਇਹ ਕੀ ਹੈ, ਕਾਹਦੀ ਨਿਸ਼ਾਨੀ ਹੈ ਕਿ ਸਰੀਰ 'ਚੋਂ ਕੁਦਰਤ ਚਾਹੁੰਦੀ ਹੈ ਕਿ ਜਿਹੜਾ ਆ ਰਿਹਾ ਜੇ ਜ਼ਹਿਰ ਆ ਰਿਹਾ ਨਿਕਲੀ ਜਾਵੇ ਬਾਹਰ। ਉਹ ਇੱਕ ਵਾਰੀ ਦੀ ਬਜਾਏ 2 ਵਾਰੀ, 3 ਵਾਰੀ, 4 ਵਾਰੀ, ਜਿਹੜੇ ਚੰਗੇ ਭਲੇ ਵੈਲ ਫਾਰਮਡ ਸਟੂਲ ਦੀ ਬਜਾਏ ਪਤਲੇ ਪਾਣੀ ਵਰਗੇ ਸਟੂਲ ਪਾਸ ਕਰਨੇ। ਸੋ ਇਹ ਸਾਰਾ ਵਰਤਾਰਾ ਅੰਤੜੀਆਂ 'ਚ ਹੁੰਦਾ। ਪਿਸ਼ਾਬ 'ਚ ਕੱਢਦਾ ਜ਼ਹਿਰ ਵੱਧ ਤੋਂ ਵੱਧ, ਗੁਰਦਿਆਂ ਨੂੰ ਕਹਿੰਦੇ ਵਿੱਚ ਕੱਢੋ, ਫਟਾਫਟ ਕੱਢੋ। ਜਦੋਂ ਗੁਰਦਿਆਂ 'ਤੇ ਜ਼ਹਿਰਾਂ ਦੀ ਮਾਰ ਪੈਂਦੀ ਹੈ, ਉਹ ਕਿਉਂਕਿ ਜਦੋਂ ਜਿਹੜੇ ਅੰਗ ਨੇ ਕੱਢਣੇ ਆ ਪਹਿਲਾਂ ਉਹਦੇ ਕੋਲ ਭੇਜਣੇ ਪੈਣਗੇ ਨਾ, ਤਾਂ ਸਰੀਰ ਕਹਿੰਦਾ, ਗੁਰਦਿਆਂ ਨੂੰ ਕਹਿੰਦਾ ਕੱਢੋ, ਉੱਧਰ ਸਿੱਟੀ ਜਾਂਦਾ ਗੁਰਦਿਆਂ ਵੱਲ ਨੂੰ, ਤਾਂ ਉਹ ਕੀ ਕਰਦਾ, ਗੁਰਦੇ ਮਾਰ 'ਚ ਆ ਜਾਂਦੇ ਆ ਆਪ ਹੀ, ਅਤੇ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਫਿਰ ਲਿਵਰ ਨੂੰ ਕਹਿੰਦੀ ਹੈ ਨੇਚਰ, ਸਾਰਾ ਸਰੀਰ ਕਹਿੰਦਾ ਵੀ ਤੂੰ ਉਹਨੂੰ ਜ਼ਹਿਰਾਂ ਨੂੰ ਨਿਊਟਰਲਾਈਜ਼ ਕਰ, ਜ਼ਹਿਰਾਂ ਨੂੰ ਖਤਮ ਕਰ। ਤਾਂ ਉਹ ਲਿਵਰ ਵੀ ਕੋਸ਼ਿਸ਼ ਕਰਦਾ ਵਿਚਾਰਾ, ਬਹੁਤ ਜ਼ੋਰ ਲਾਉਂਦਾ। ਉਹ ਜਦੋਂ ਜ਼ੋਰ ਲਾਉਂਦਾ ਤਾਂ ਸਾਰੇ ਜ਼ਹਿਰ ਉਹਦੇ ਕੋਲ ਆਉਂਦੇ ਜਦੋਂ ਜ਼ਿਆਦਾ, ਤਾਂ ਉਹ ਆਪ ਖਰਾਬ ਹੋਣ ਲੱਗ ਜਾਂਦਾ।
ਇਸੇ ਤਰ੍ਹਾਂ ਚਮੜੀ ਦਾ ਹਾਲ ਹੈ ਕਿ ਚਮੜੀ ਵੱਲ ਵੀ ਜ਼ਹਿਰ ਛੱਡਦੀ ਹੈ ਕੁਦਰਤ, ਵਿੱਚ ਇਹਨੂੰ ਪਸੀਨੇ 'ਚੋਂ ਕੱਢੋ, ਇਹਨੂੰ ਤੇਲ 'ਚੋਂ ਕੱਢੋ, ਇਹਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਕੱਢੋ, ਅਤੇ ਫੇਫੜਿਆਂ ਕੋਲੇ। ਸੋ ਆਪਣੇ ਕੋਲੇ ਜਿਹੜੇ ਅੰਗ ਨੇ ਬਾਹਰ ਕੱਢਣ ਵਾਲੇ ਗੁਰਦੇ ਨੇ, ਲਿਵਰ ਹੈ, ਅੰਤੜੀਆਂ ਨੇ, ਅਤੇ ਆਪਣਾ ਚਮੜੀ ਆ, ਅਤੇ ਫੇਫੜੇ ਨੇ। ਤੁਸੀਂ ਦੇਖੋਗੇ ਕਿ ਸਾਰੀਆਂ ਇਹਨਾਂ ਅੰਗਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ। ਤੁਸੀਂ ਬਹੁਤ ਜ਼ਿਆਦਾ ਗੁਰਦੇ ਹੜ੍ਹ ਆਇਆ ਪਿਆ ਗੁਰਦੇ ਦੀ ਬਿਮਾਰੀਆਂ ਦਾ। ਗੁਰਦੇ ਤੜ ਗੁਰਦੇ ਫੇਲ ਹੋ ਰਹੇ ਲੋਕਾਂ ਦੇ। ਕਿਉਂ? ਕਿਉਂਕਿ ਜ਼ਹਿਰਾਂ ਦੀ ਬੰਬਾਰਡਮੈਂਟ ਹੋ ਰਹੀ ਹੈ ਗੁਰਦੇ ਦੇ ਉੱਪਰ। ਇਸ ਤਰ੍ਹਾਂ ਲਿਵਰ ਹੈ, ਹਰ ਜਣੇ ਖਣੇ ਦਾ ਫੈਟੀ ਲਿਵਰ ਆਇਆ ਪਿਆ। ਜਣੇ ਖਣੇ ਦੇ ਜਿਹੜੇ ਨੇ ਉਹ ਪੱਥਰੀਆਂ ਬਣ ਰਹੀਆਂ ਨੇ, ਪਿੱਤੇ ਦੇ ਅੰਦਰ ਪੱਥਰੀਆਂ ਬਣ ਰਹੀਆਂ ਨੇ। ਉਹਦੇ ਅੰਦਰ ਜਿਹੜਾ ਉਹ ਜਿਹੜਾ ਹੈਪੇਟਾਈਟਿਸ ਹੋ ਰਹੀ ਹੈ, ਕਿਸੇ ਨੂੰ ਕਾਲਾ ਪੀਲੀਆ A-B ਹੋ ਰਿਹਾ, ਕਿਸੇ ਨੂੰ C ਹੋ ਰਿਹਾ। ਫਿਰ ਤੁਹਾਡਾ ਜਿਹੜਾ ਹੈਗਾ ਚਮੜੀ ਦੀਆਂ ਬਿਮਾਰੀਆਂ ਇੱਦਾਂ ਹੀ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇੱਦਾਂ ਹੀ ਫੇਫੜਿਆਂ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਤਾਂ ਸਾਰੇ ਉਹ ਅੰਗ ਜਿਨ੍ਹਾਂ ਰਾਹੀਂ ਕੁਦਰਤ ਨੇ ਜ਼ਹਿਰ ਬਾਹਰ ਸੁੱਟਣੇ ਹੈ, ਉਹ ਸਾਰੇ ਦੇ ਸਾਰੇ ਮਾਰਚ ਇਸ ਕਰਕੇ ਆ ਜਾਂਦੇ ਆ ਕਿ ਉਹ ਪਹਿਲਾਂ ਉਹਨਾਂ ਨੂੰ ਹੈਂਡਲ ਕਰਨਾ ਪੈਂਦਾ ਉਹਨਾਂ ਜ਼ਹਿਰਾਂ ਨੂੰ। ਤਾਂ ਇਹ ਜਿਹੜਾ ਤਰੀਕਾ ਸੋਚਣ ਦਾ ਹੈ, ਇਹ ਸੋਚ ਕਿੱਥੋਂ ਆਈ ਹੈ? ਇਹ ਹੈ ਆਯੁਰਵੇਦ ਦੀ ਸੋਚ। ਮਾਡਰਨ ਮੈਡੀਕਲ ਸਿਸਟਮ ਇਸ ਟਰਮ ਸੋਚਦਾ ਹੀ ਨਹੀਂ ਹੈ। ਉਹ ਤਾਂ ਹਰ ਬਿਮਾਰੀ ਦਾ ਕਾਰਨ ਲੱਗ ਜਾ ਲੱਭਦਾ। ਬਹੁਤੀ ਵਾਰੀ ਕਾਰਨ ਸਮਝ ਨਹੀਂ ਆਉਂਦਾ। ਮੈਨੂੰ ਦੱਸੋ ਕਿਹੜੀ ਬਿਮਾਰੀ ਦਾ ਸਮਝ ਆਇਆ ਇਹਨੂੰ ਕਾਰਨ? ਸ਼ੂਗਰ ਦਾ ਕਾਰਨ ਇਹਨੂੰ ਸਮਝ ਨਹੀਂ ਆਇਆ, BP ਦਾ ਕਾਰਨ ਇਹਨੂੰ ਸਮਝ ਨਹੀਂ ਆਇਆ। 18 ਸਾਲ ਦੀਆਂ ਕੁੜੀਆਂ ਨਾਲ ਮੇਰੇ ਕੋਲ ਹੁਣ ਕੁੜੀ ਬੈਠੀ ਸੀਗੀ, 18 ਸਾਲ ਦੀ ਕੁੜੀ, ਉਹਦਾ ਪਿੱਤਾ ਪੱਥਰੀਆਂ ਨਾਲ ਭਰਿਆ ਪਿਆ। ਦੱਸੋ, ਛੋਟੀ ਜਿਹੀ ਕੁੜੀ ਵਿਚਾਰੀ, ਕੋਈ ਉਹਦੇ 'ਚ ਉਹ ਪਤਲੀ ਜਿਹੀ ਕੁੜੀ ਹੈ, ਨਾ ਕੋਈ ਵੱਧ ਖਾਂਦੀ ਨਾ ਘੱਟ ਖਾਂਦੀ, ਅਤੇ ਪੱਥਰੀਆਂ ਪਹਿਲਾਂ ਭਰਿਆ ਪਿਆ। ਕਿਉਂ? ਕਿਉਂਕਿ ਉਹ ਜ਼ਹਿਰ ਨੇ ਕਿਸੇ ਨਾ ਕਿਸੇ ਤਰੀਕੇ ਜਦੋਂ ਬੰਬਾਰਡਮੈਂਟ ਹੋ ਰਹੀ ਆ, ਉਹ ਉੱਧਰ ਨੂੰ ਸਿੱਟੀ ਜਾਂਦਾ, ਅਤੇ ਉਹ ਕਿਤੇ ਨਾ ਕਿਤੇ ਜਾ ਕੇ ਪੱਥਰੀਆਂ ਬਣ ਗਈਆਂ, ਕਿਤੇ ਪੋਲਿਪ ਬਣ ਗਏ, ਕਿਤੇ ਓਵਰੀ 'ਚ ਆ ਗਏ, ਕਿਤੇ ਯੂਟਰਸ 'ਚ ਆ ਗਏ, ਕਿਤੇ ਲਿਵਰ 'ਚ ਆ ਗਏ। ਤਾਂ ਇਹ ਸਾਰਾ ਦਾ ਸਾਰਾ ਜਿਹੜਾ ਕੂੜਾ ਕਰਕਟ ਹੈ, ਜਿਹੜਾ ਇਕੱਠਾ ਹੋ ਰਿਹਾ, ਉਸ ਕੂੜੇ ਕਰਕਟ ਨੂੰ ਸੰਭਾਲਦਾ ਹੀ ਕੁਦਰਤ ਦਾ ਸਰੀਰ ਵਿਚਾਰਾ ਹੱਫ ਜਾਂਦਾ। ਕੁਦਰਤ ਵੀ ਮਤਲਬ ਜਿਹੜੀ ਹੈਰਾਨ ਪਰੇਸ਼ਾਨ ਹੋ ਰਹੀ ਹੈ ਕਿ ਵੀ ਇਹ ਬੰਦਾ ਕਰ ਕੀ ਰਿਹਾ। ਤਾਂ ਇਹ ਜਿਹੜੇ ਸਾਰਾ ਦਾ ਸਾਰਾ ਵਰਤਾਰਾ ਅਸੀਂ ਆਪਣੇ ਆਲੇ ਦੁਆਲੇ ਖੜ੍ਹਾ ਕਰ ਲਿਆ, ਐਡਾ ਵੱਡਾ ਪਹਾੜ ਜ਼ਹਿਰਾਂ ਦਾ, ਉਹ ਕਿਤੇ ਨਾ ਕਿਤੇ ਸਾਡੇ ਸਾਹਮਣੇ ਬਿਮਾਰੀਆਂ ਦੀ ਸ਼ਕਲ 'ਚ ਆ ਰਿਹਾ। ਚਮੜੀ ਦੀਆਂ ਬਿਮਾਰੀਆਂ ਹੁਣ ਆਪਾਂ ਲਾਈਏ ਤਾਂ ਚਮੜੀ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਕਰੋਨਿਕ, ਉਹੀ ਸਭ ਤੋਂ ਜ਼ਿਆਦਾ ਖਤਰਨਾਕ ਨੇ। ਚਾਹੇ ਉਹ ਸੋਰੀਅਸਿਸ ਹੈ, ਚਾਹੇ ਉਹ ਐਗਜ਼ੀਮਾ ਹੈ, ਚਾਹੇ ਉਹ ਫੁਲਵੈਰੀ ਹੈ, ਜਾਂ ਇਹੋ ਜਿਹੀਆਂ ਕਿੰਨੀਆਂ ਬਿਮਾਰੀਆਂ ਨੇ ਚਮੜੀ ਦੀਆਂ ਜਿਹਦੇ 'ਚ ਖਾਰਿਸ਼ ਹੋਈ ਜਾਂਦੀ ਹੈ, ਧੱਫੜੀ ਨਿਕਲ ਜਾਂਦੀ ਹੈ, ਐਲਰਜੀ ਹੋਈ ਜਾਂਦੀ ਹੈ, ਉਹ ਬਣ ਜਾਂਦੇ ਆ, ਕਿਸੇ 'ਚ ਖਰਿੰਡ ਜਿਹੇ ਬਣ ਰਹੇ ਆ, ਕਿਸੇ 'ਚ ਜ਼ਖਮ ਹੋ ਰਹੇ ਆ, ਕਿਸੇ 'ਚ ਪਾਣੀ ਰਿਸ ਰਿਹਾ, ਕੁਛ ਨਾ ਕੁਛ ਚਮੜੀ ਦੀ ਬਿਮਾਰੀ ਜਿਹੜੀ ਆ ਉਹ ਲੱਗੀ ਜਾਂਦੀ ਸਾਨੂੰ। ਅੱਛਾ, ਸਿਰ 'ਚ ਡੈਂਡਰਫ ਹੋਈ ਜਾ ਰਹੀ ਹੈ, ਸਿੱਕਰੀ ਬਹੁਤ ਜ਼ਿਆਦਾ ਹੋ ਰਹੀ ਲੋਕਾਂ ਨੂੰ, ਸਿੱਕਰੀ ਬਹੁਤ ਜ਼ਿਆਦਾ। ਅਤੇ ਇਹਦੀ ਚਮੜੀ ਦੀ ਜਿਹੜੀ ਇਮਿਊਨਿਟੀ ਘੱਟ ਹੋਣ ਨਾਲ ਜਿਹੜੀ ਸਕੇਬੀਜ਼ ਹੁੰਦੀ ਸੀ, ਖੁਰਕ ਦੀ ਬਿਮਾਰੀ, ਉਹ ਪਹਿਲਾਂ ਬਹੁਤ ਘੱਟ ਹੁੰਦੀ ਸੀਗੀ ਔਰ ਬਹੁਤ ਮਾਈਲਡ ਹੁੰਦੀ ਸੀਗੀ। ਅੱਜ ਜਿੰਨੀ ਸਵੀਰ ਮੈਂ ਜਦੋਂ MBBS ਕਰਕੇ ਨਿਕਲਿਆ, ਤਾਂ ਮੈਂ ਜਿਹੜੀ ਉਦੋਂ ਸਕੇਬੀਜ਼ ਦੇਖਦਾ ਸੀਗਾ ਅਤੇ ਜੋ ਮੈਂ ਅੱਜ ਸਕੇਬੀਜ਼ ਦੇਖਦਾ, ਜ਼ਮੀਨ ਅਸਮਾਨ ਦਾ ਫਰਕ ਹੈ। ਬਹੁਤ ਹੀ ਹਲਕੀ ਫੁਲਕੀ ਸਕੇਬੀਜ਼ ਹੁੰਦੀ ਸੀ ਉਦੋਂ। ਔਰ ਪਰਿਵਾਰ ਦੇ ਵਿੱਚ ਵੀ ਮੈਨੂੰ ਅੱਜ ਵੀ ਯਾਦ ਹੈ ਕਿ ਪਰਿਵਾਰ 'ਚ ਇੱਕ ਬੰਦੇ ਨੂੰ ਸਕੇਬੀਜ਼ ਜੇ ਮੰਨ ਲਓ ਹੋ ਗਈ ਹਲਕੀ ਫੁਲਕੀ, ਤਾਂ ਦੂਜੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰੀ ਨਹੀਂ ਹੋ ਜੂਗੀ। ਅੱਜ ਹਾਲਤ ਇਹ ਵੀ ਇੱਕ ਨੂੰ ਹੋਈ ਨਹੀਂ, ਨਾਲ ਦੇ ਸਾਰੇ ਦਾ ਸਾਰਾ ਟੱਬਰ ਉਹਦੀ ਮਾਰ 'ਚ ਆ ਜਾਂਦਾ। ਕਿਉਂ? ਕਿਉਂਕਿ ਬਾਡੀ ਇਮਿਊਨਿਟੀ ਹੈ ਨਹੀਂ ਗੀ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੋ ਰਿਹਾ, ਇਹ ਚਮੜੀ ਦੀਆਂ ਬਿਮਾਰੀਆਂ ਦਾ। ਉਹ ਹੁਣ ਆਪਾਂ ਜੇ ਇਹਨੂੰ ਕਲਾਸੀਫਾਈ ਕਰਨਾ ਚਾਹੀਏ ਚਮੜੀ ਦੀਆਂ ਬਿਮਾਰੀਆਂ ਨੂੰ, ਤਾਂ ਆਪਾਂ 2 ਕਿਸਮ ਦੀ ਕਲਾਸੀਫਾਈ ਕਰ ਸਕਦੇ ਹਾਂ, 3 ਕਿਸਮ ਦੀਆਂ ਕਰ ਲਓ ਵੱਧ ਤੋਂ ਵੱਧ। ਇੱਕ ਤਾਂ ਹੋ ਗਿਆ ਅਕਿਊਟ ਐਲਰਜੀਜ਼, ਧਫੜੀ ਹੋ ਗਈ, ਖਾਰਿਸ਼ ਹੋ ਗਈ, ਮਤਲਬ ਕੋਈ ਮਾੜਾ ਜਿਹਾ ਕੋਈ ਚੀਜ਼ ਟੱਚ ਕਰਦੀ ਹੈ, ਕੋਈ ਕਿਸੇ ਨੂੰ ਕੋਈ ਕੱਪੜਾ ਨਹੀਂ ਸੂਟ ਕੀਤਾ, ਕਿਸੇ ਨੇ ਬੁੱਲਣ ਪਾ ਲਿਆ, ਕਿਸੇ ਨੇ ਕੋਈ ਕਿਸੇ ਚੀਜ਼ ਨੂੰ ਹੱਥ ਲਾ ਲਿਆ, ਤਾਂ ਉੱਥੋਂ ਹੀ ਐਲਰਜੀ ਹੋ ਜਾਂਦੀ ਹੈ, ਅਤੇ ਉੱਥੇ ਖਾਰਿਸ਼ ਹੋ ਜਾਂਦੀ ਹੈ, ਜਾਂ ਧੱਫੜੀ ਹੋ ਜਾਂਦੀ ਹੈ, ਧੱਫੜ ਹੋ ਜਾਂਦੇ ਆ। ਫਿਰ ਕਰੋਨਿਕ ਜੋ ਆ ਗਿਆ ਤੁਹਾਡਾ ਜਿਹੜਾ ਹੈਗਾ ਸੋਰੀਅਸਿਸ, ਐਗਜ਼ੀਮਾ, ਡਰਮੇਟਾਈਟਸ, ਅਤੇ ਜਿਹੜੀ ਇਨਫੈਕਸ਼ਨਾਂ 'ਚੋਂ ਆ ਗਿਆ ਤੁਹਾਡਾ ਜਿਹੜੀ ਹੈ ਜਿਹੜੀ ਖੁਰਕ ਦੀ ਬਿਮਾਰੀ, ਅਤੇ ਦਾਦ ਫੰਗਸ ਹੈ, ਫੰਗਸ ਹੈ, ਅਤੇ ਜਿਹੜੀ ਸਕੇਬੀਜ਼ ਹੈ ਉਹ ਪੈਰਾਸਾਈਟ ਹੈ, ਅਤੇ ਫੋੜੇ ਫਿੰਸੀਆਂ ਜਿਹੜੀਆਂ ਨੇ ਬੈਕਟੀਰੀਆ ਕਰਕੇ ਨੇ। ਇਹ ਬਿਮਾਰੀਆਂ ਜਿਹੜੀਆਂ ਚਮੜੀ ਦੀਆਂ ਜਿਹੜੀਆਂ ਨੇ ਸਾਰੀਆਂ ਦੀਆਂ ਸਾਰੀਆਂ ਕਿਤੇ ਨਾ ਕਿਤੇ ਸਰੀਰ ਦੀ ਕੁਦਰਤ ਦੀ ਉਸ ਭਾਸ਼ਾ ਦਾ ਹਿੱਸਾ ਨੇ ਕਿ ਕੁਦਰਤ ਇਹਨਾਂ ਬਿਮਾਰੀਆਂ ਦੇ ਰਾਹੀਂ, ਜਦੋਂ ਕੁਦਰਤ ਬਿਨਾਂ ਬਿਮਾਰੀਆਂ ਪੈਦਾ ਕੀਤੇ ਡੀਟੌਕਸੀਫਾਈ ਨਹੀਂ ਕਰ ਪਾਉਂਦੀ, ਸਰੀਰ ਦੇ ਵਿੱਚੋਂ ਜ਼ਹਿਰ ਨਹੀਂ ਕੱਢ ਪਾਉਂਦੀ, ਤਾਂ ਫਿਰ ਉਹ ਬਿਮਾਰੀਆਂ ਰਾਹੀਂ ਕੱਢਦੀ ਹੈ।
ਸੋ ਬਿਮਾਰੀ ਵੀ ਜਿਹੜੀ ਕੋਈ ਬਿਮਾਰੀ ਵੀ ਕੋਈ ਵਾਤਾਵਰਨ ਨਾਲੋਂ ਟੁੱਟਵੀਂ ਨਹੀਂ ਹੁੰਦੀ। ਸਰੀਰ ਫਿਰ ਬਿਮਾਰੀ ਨੂੰ ਵਰਤਦੀ ਹੈ ਲਾਸਟ ਦੇ ਵਿੱਚ। ਜਿੱਦਾਂ ਜ਼ੁਕਾਮ ਨੂੰ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਜ਼ੁਕਾਮ ਜਿਹੜਾ ਹੈ ਉਹ ਕੁਦਰਤ ਦਾ ਡੀਟੌਕਸੀਫਿਕੇਸ਼ਨ ਮੈਥਡ ਹੈ, ਕਿ ਕੁਦਰਤ ਪਾਣੀ ਬਹਾ ਕੇ ਉਹ ਸਰੀਰ ਨੂੰ ਜ਼ਹਿਰ ਨੂੰ ਬਾਹਰ ਕੱਢਦੀ ਹੈ, ਛਿੱਕਾਂ ਮਾਰ ਕੇ ਜ਼ਹਿਰ ਨੂੰ ਬਾਹਰ ਕੱਢਦੀ ਹੈ, ਖਾਂਸੀ ਕਰਕੇ ਬਲਗਮ ਕਰਕੇ ਜ਼ਹਿਰ ਨੂੰ ਬਾਹਰ ਕੱਢਦੀ ਹੈ। ਇੱਦਾਂ ਹੀ ਚਮੜੀ ਦੀਆਂ ਬਿਮਾਰੀਆਂ ਜਦੋਂ ਉਹ ਖਾਰਿਸ਼ ਹੁੰਦੀ ਹੈ ਤਾਂ ਅਸੀਂ ਜਦੋਂ ਖੁਰਕਦੇ ਹਾਂ ਤਾਂ ਕੀ ਹੁੰਦਾ, ਮਰੇ ਹੋਏ ਸੈੱਲ ਜਿਹੜੇ ਹੁੰਦੇ ਥੱਲੇ ਧੜਾ ਉਤਰੀ ਜਾਂਦੇ ਆ, ਅਤੇ ਉਹਦੇ ਜਿਹੜੇ ਮਰੇ ਹੋਏ ਸੈੱਲ ਉਤਰ ਰਹੇ ਆ ਉਹਦੇ ਵਿੱਚ ਉਹ ਜ਼ਹਿਰ ਜਿਹੜੇ ਨੇ ਉਹ ਕੁਦਰਤ ਨੇ ਇਕੱਠੇ ਕਰ ਰੱਖੇ ਹੁੰਦੇ ਆ। ਕੁਦਰਤ ਕੀ ਕਰਦੀ ਹੈ ਕਿ ਤੁਹਾਡੇ ਬ੍ਰੇਨ ਨੂੰ, ਤੁਹਾਡੇ ਹਾਰਟ ਨੂੰ, ਤੁਹਾਡੇ ਫੇਫੜਿਆਂ ਨੂੰ ਬਚਾਉਂਦੀ ਕੁਦਰਤ ਜਿਹੜੀ ਹੈ ਉਹ ਜਦੋਂ ਜ਼ਹਿਰਾਂ ਨੂੰ ਇਕੱਠਾ ਕਰਕੇ ਕਿੱਥੇ ਸਿੱਟਦੀ ਹੈ, ਜਦੋਂ ਚਰਬੀ ਸਿੱਟ ਦਿੰਦੀ ਹੈ ਫੈਟ 'ਚ, ਵੀ ਚੱਲ ਜਾ ਉੱਥੇ ਬੈਠ, ਵੀ ਤੂੰ ਹਾਰਟ ਨੂੰ ਤੰਗ ਨਾ ਕਰ, ਤੂੰ ਬੰਦੇ ਦੀ ਮੌਤ ਦਾ ਕਾਰਨ ਨਾ ਬਣ ਫੌਰੀ। ਜਾਂ ਉਹਨੂੰ ਕਿੱਥੇ ਸਿੱਟੇਗੀ, ਚਮੜੀ ਸਿੱਟ ਦੇਗੀ, ਕੋਈ ਚਮੜੀ ਵੀ ਸੇਫ ਹੈ, ਵਾਲਾਂ ਸਿੱਟ ਦੇਗੀ। ਅੱਜ ਤੁਸੀਂ ਪਾਓਗੇ ਕਿ ਵਾਲਾਂ ਦੇ ਵਿੱਚ ਇੰਨੇ ਜ਼ਿਆਦਾ ਜ਼ਹਿਰ ਇਕੱਠੇ ਹੋਏ ਹੋਏ ਆ, ਚਮੜੀ 'ਚ ਇੰਨੇ ਜ਼ਿਆਦਾ ਜ਼ਹਿਰ ਇਕੱਠੇ ਹੋ ਗਏ, ਫਿਰ ਜਿਹੜਾ ਤੁਹਾਡੇ ਥੱਲੇ ਚਰਬੀ ਜੰਮੀ ਹੋਈ, ਚਰਬੀ ਕਿਉਂ ਜੰਮ ਰਹੀ ਹੈ? ਹੁਣ ਆਪਾਂ ਕਹਿੰਦੇ ਮੋਟਾਪਾ ਜਿਹੜਾ ਹੈ ਤਾਂ ਓਵਰ ਈਟਿੰਗ ਕਰਕੇ ਹੈ। ਨਹੀਂ, ਮੋਟਾਪਾ ਇਕੱਲਾ ਓਵਰ ਈਟਿੰਗ ਕਰਕੇ ਨਹੀਂ ਹੈ। ਮੋਟਾਪਾ ਕੁਦਰਤ ਦੀ ਭਾਸ਼ਾ ਹੈ ਕਿ ਜਦੋਂ ਤੁਹਾਡੇ ਕੋਲ ਜ਼ਹਿਰ ਇੰਨੇ ਜ਼ਿਆਦਾ ਹੋ ਜਾਂਦੇ ਆ ਤਾਂ ਕੁਦਰਤ ਫੈਟ ਨੂੰ ਕੰਪਲੀਟ ਕਰਦੀ ਹੈ ਤਾਂ ਕਿ ਉਹਦੇ ਵਿੱਚ ਨਾਲ ਜੋੜ ਕੇ ਜ਼ਹਿਰਾਂ ਨੂੰ ਤੁਹਾਡੀ ਚਮੜੀ ਥੱਲੇ ਜਮ੍ਹਾਂ ਕਰ ਦੇਵੇ ਜਾ ਕੇ। ਅਤੇ ਉਹ ਕਿਸਮ ਦਾ ਡੈਡ ਫੈਟ ਹੈ ਤੁਹਾਡੇ ਹਾਰਟ ਨੂੰ ਜਾਂ ਤੁਹਾਡੇ ਫੇਫੜਿਆਂ ਨੂੰ ਜਾਂ ਤੁਹਾਡੇ ਬ੍ਰੇਨ ਨੂੰ। ਇੱਕ ਵਾਰੀ ਕੁਦਰਤ ਨੇ ਬਚਾ ਲਿਆ। ਕਿਵੇਂ ਬਚਾਇਆ? ਕਿ ਉਹਨੇ ਚਰਬੀ ਦੇ ਸੈੱਲ ਬਣਾਤੇ, ਫੈਟ ਸੈੱਲ ਬਣਾਤੇ, ਫੈਟ ਸੈੱਲ 'ਚ ਜ਼ਹਿਰ ਪਾਏ, ਉਹਨੂੰ ਸਟੋਰੇਜ ਦੇ ਤੌਰ 'ਤੇ ਯੂਜ਼ ਕਰਦੀ ਹੈ। ਜਦੋਂ ਆਪਾਂ ਜਿਹੜਾ ਘਰ ਦਾ ਕੰਡਮ ਸਮਾਲ ਸਟੋਰ ਛੱਡ ਦਿੰਦੇ ਹਾਂ ਤਾਂ ਕੁਦਰਤ ਉਸ ਫੈਟ ਨੂੰ ਐਜ਼ ਸਟੋਰ ਦੇ ਤੌਰ 'ਤੇ ਯੂਜ਼ ਕਰਦੀ ਹੈ। ਅਸੀਂ ਕਹਿੰਦੇ ਵੀ ਮੋਟਾਪਾ ਇਕੱਲਾ ਉਹਦੇ ਕਰਕੇ ਡਾਈਟ ਕਰਕੇ ਹੈ। ਡਾਈਟ ਕਰਕੇ ਨਹੀਂ, ਟੌਕਸਿਸਿਟੀ ਕਰਕੇ ਵੀ ਮੋਟਾਪਾ ਹੁੰਦਾ। ਜਿਸ ਸਮਾਜ ਦੇ ਅੰਦਰ ਟੌਕਸਿਟੀ ਬਹੁਤ ਜ਼ਿਆਦਾ ਹੋਏਗੀ ਉੱਥੇ 20 ਬੰਦਿਆਂ ਦੀ, ਮੋਟੇ ਬੰਦਿਆਂ ਦੀ ਗਿਣਤੀ ਵੱਧ ਜਾਏਗੀ। ਠੀਕ ਹੈ, ਗਲਤ ਖਾਣਾ ਪੀਣਾ ਵੀ ਜ਼ਿੰਮੇਵਾਰ ਹੁੰਦਾ, ਪਰ ਜਿਹੜੀ ਕਿਸੇ ਵੀ ਵਾਤਾਵਰਨ ਦੇ ਅੰਦਰ, ਹਵਾ ਦੇ ਅੰਦਰ, ਪਾਣੀ ਦੇ ਅੰਦਰ, ਭੋਜਨ ਦੇ ਅੰਦਰ ਜੇ ਜ਼ਹਿਰ ਬਹੁਤ ਜ਼ਿਆਦਾ ਹੋਣਗੇ ਤਾਂ ਵੀ ਲੋਕ ਫੈਟੀ ਹੋ ਜਾਣਗੇ, ਕਿਉਂਕਿ ਉਹ ਫੈਟ ਨੂੰ ਕੁਦਰਤ ਤੁਹਾਨੂੰ ਬਚਾਉਣ ਵਾਸਤੇ ਇੱਕ ਵਾਰੀ ਆਰਜੀ ਤੌਰ 'ਤੇ ਉਹਦਾ ਡਿਫੈਂਸ ਮੈਕੈਨਿਜ਼ਮ ਹੈ। ਇਸ ਤਰ੍ਹਾਂ ਚਮੜੀ ਨੂੰ ਵਰਤਦੀ ਹੈ ਕੁਦਰਤ। ਚਮੜੀ 'ਚ ਜ਼ਹਿਰ ਸਿੱਟ ਦੇਗੀ, ਚਮੜੀ ਜਦੋਂ ਜ਼ਹਿਰ ਸਿੱਟੇਗੀ ਤਾਂ ਉਹ ਕੀ ਹੋਏਗਾ, ਤੁਹਾਨੂੰ ਖਾਰਿਸ਼ ਹੋਏਗੀ ਤਾਂ ਚਮੜੀ ਦੇ ਥੱਲੇ ਫਟਾਫਟ ਉਤਰਨਗੇ, ਉਹ ਸਕੇਲ ਜਿਹੀਆਂ ਉਤਰਨਗੀਆਂ। ਸੋਰੀਅਸ ਦਾ ਪੇਸ਼ੈਂਟ ਹੁਣ ਆਇਆ, ਜੇ ਸੋਰੀਅਸ ਦਾ ਪੇਸ਼ੈਂਟ ਐਂ ਕਰਕੇ ਖਾਜ ਕਰ ਦੇਵੇ ਤਾਂ ਉਹਦੇ ਥੱਲੇ ਨਾ ਐਂ ਸਕੇਲ ਲੱਗ ਜਾਂਦੀ, ਸੱਪ ਦੀ ਕੁੰਜ ਉਤਰੀ ਹੁੰਦੀ ਆ। ਉਹ ਕਿਉਂ ਹੁੰਦਾ? ਕਿਉਂਕਿ ਉਹਦੇ ਰਾਹੀਂ ਕੁਦਰਤ ਜ਼ਹਿਰਾਂ ਨੂੰ ਬਾਹਰ ਕੱਢ ਰਹੀ ਹੈ। ਸੋ ਇਹ ਕੁਦਰਤ ਦੀ ਭਾਸ਼ਾ ਹੁੰਦੀਆਂ ਬਿਮਾਰੀਆਂ। ਜਦ ਤੱਕ ਅਸੀਂ ਰੂਟ ਕਾਜ਼ ਬਲੋਕ ਨਹੀਂ ਕਰਦੇ ਤਦ ਤੱਕ ਇਹ ਬਿਮਾਰੀਆਂ ਨਹੀਂ ਹਟਦੀਆਂ। ਅਤੇ ਬਦਕਿਸਮਤੀ ਸਾਡੀ ਇਹ ਹੈ ਕਿ ਸਾਡਾ ਮਾਡਰਨ ਮੈਡੀਕਲ ਸਿਸਟਮ ਰੂਟ ਕਾਜ਼ ਨੂੰ ਛੇੜਦਾ ਹੀ ਨਹੀਂ ਹੈ। ਉਹ ਸਿਰਫ ਖਾਰਿਸ਼ ਹੋ ਰਹੀ ਹੈ ਤਾਂ ਖਾਰਿਸ਼ ਦਬਾ ਦਿਓ। ਕੁਦਰਤ ਤਾਂ ਖਾਰਿਸ਼ ਕਰਕੇ ਤੁਹਾਨੂੰ ਡੀਟੌਕਸੀਫਾਈ ਕਰ ਰਹੀ ਸੀ। ਉਹ ਕੁਦਰਤ ਖਾਰਿਸ਼ ਕਰ ਰਹੀ ਸੀ ਵੀ ਖੁਰਕੋ, ਉਹਦੇ ਪੁਰਾਣੇ ਸੈੱਲ ਉਤਰ ਜਾਣਗੇ, ਨਵੇਂ ਸੈੱਲ ਥੱਲੇ ਆ ਜਾਣਗੇ। ਪੁਰਾਣੇ ਸੈੱਲ ਉਤਰਨਗੇ ਤਾਂ ਜ਼ਹਿਰਾਂ ਨਾਲ ਭਰੇ ਹੋਏ ਆ, ਤਾਂ ਨਵੇਂ ਆ ਜਾਣਗੇ, ਉਹ ਹੋਰ ਜ਼ਹਿਰ ਬਾਹਰ ਲਿਆਉਣਗੇ। ਤਾਂ ਕੁਦਰਤ ਨੂੰ ਅਸੀਂ ਕਰਦੇ ਹਾਂ, ਖਾਰਿਸ਼ ਦਬਾ ਦਿਓ। ਪਹਿਲਾਂ ਤਾਂ ਸੈਟਰੀ ਦਿੰਦੇ ਹੋ, ਲਿਵੋ ਸੈਟਰੀ ਦਿੰਦੇ ਹੋ, ਕੋਈ ਉਹ ਕਈ ਕਿਸਮ ਦੇ ਏਵਲ ਹੈ, ਫੋਰਿਸਟਾਲ ਹੈ, ਕਿੰਨੀਆਂ ਗੋਲੀਆਂ ਨੇ ਭਾਂਤ ਦੀਆਂ ਜਿਹੜੀ ਹੈ ਖਾਰਿਸ਼ ਰੋਕਣ ਵਾਸਤੇ। ਕੁਦਰਤ ਦਾ ਜਿਹੜਾ ਤਰੀਕਾ ਹੈ ਉਹਦੇ ਖਿਲਾਫ ਅਸੀਂ ਚੱਲਦੇ ਹਾਂ। ਉਹਦੇ ਨਾਲ ਕੀ ਹੋਏਗਾ? ਖਾਰਿਸ਼ ਤਾਂ ਤੁਹਾਡੀ ਰੁਕ ਜਾਏਗੀ, ਤੁਸੀਂ ਇੱਕ ਵਾਰੀ ਤੁਹਾਨੂੰ ਲੱਗੂਗਾ ਵੀ ਬੱਲੇ ਬੱਲੇ, ਲੇਕਿਨ ਜਿਹੜਾ ਕੁਦਰਤ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਤਾਂ ਪੈਰਾਲਾਈਜ਼ ਹੋ ਗਈ, ਕੁਦਰਤ ਦਾ ਤਾਂ ਫੇਲ ਹੋ ਗਿਆ ਕੰਮ ਸਾਰਾ। ਇਸ ਕਰਕੇ ਸਿੰਪਟਮ ਨੂੰ ਸਪਰੈਸ ਕਰਨਾ, ਜਿਵੇਂ ਆਪਾਂ ਬਹੁਤ ਵਾਰੀ ਗੱਲ ਫੀਵਰ ਦੀ ਕੀਤੀ ਹੈ, ਵੀ ਬੁਖਾਰ ਨੂੰ ਹਟਾਉਣਾ ਸਰੀਰ ਦੀ ਇਮਿਊਨ ਸ਼ਕਤੀ ਦੀ ਬੰਦੂਕ ਖੋਲ ਲੈਣ ਦੇ ਬਰਾਬਰ ਹੈ। ਬੁਖਾਰ ਰਾਹੀਂ ਸਰੀਰ ਲੜ ਰਿਹਾ ਸੀਗਾ ਉਸ ਇਨਫੈਕਸ਼ਨ ਨਾਲ, ਤੁਸੀਂ ਬੁਖਾਰ ਨੂੰ ਹਟਾ ਕੇ ਉਹਦੀ ਬੰਦੂਕ, ਫੌਜੀ ਦੀ ਬੰਦੂਕ ਖੋਲੀ। ਇੱਦਾਂ ਹੀ ਬਾਕੀ ਸਿੰਪਟਮ ਨੇ। ਅਤੇ ਚਮੜੀ ਦੇ ਸੰਦਰਭ 'ਚ ਜਿਹੜੇ ਸਿੰਪਟਮ ਨੇ ਉਹ ਹੈਗੇ ਖਾਰਿਸ਼। ਜਦੋਂ ਅਸੀਂ ਖਾਰਿਸ਼ ਦਬਾਉਣ ਵਾਲੇ ਦਵਾਈਆਂ ਦਿੰਦੇ ਹਾਂ ਤਾਂ ਤੁਸੀਂ ਸਰੀਰ ਦਾ ਡਿਫੈਂਸ ਸਿਸਟਮ ਪੈਰਾਲਾਈਜ਼ ਕਰਤਾ, ਤੁਸੀਂ ਖਾਰਿਸ਼ ਬੰਦ ਕਰਤੀ। ਸਰੀਰ ਖਾਰਿਸ਼ ਕਰਕੇ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਅਸੀਂ ਖਾਰਿਸ਼ ਬੰਦ ਕਰਕੇ ਉਹਨੂੰ ਬੰਦ ਕਰਤਾ। ਸੋ ਬੇਨਤੀ ਇੱਥੇ ਇਹ ਹੈ ਕਿ ਜਦੋਂ ਖਾਰਿਸ਼ ਹੁੰਦੀ ਹੈ ਤਾਂ ਖੁਰਕੋ, ਲੇਕਿਨ ਬਹੁਤ ਨਹੁੰਆਂ ਨਾਲ ਨਾ ਖੁਰਚੋ, ਕਿਉਂ ਨਹੁੰਆਂ ਨਾਲ ਜਦੋਂ ਖੁਰਚਦੇ ਹਾਂ ਅਸੀਂ ਤਾਂ ਜ਼ਖਮ ਹੋ ਜਾਂਦੇ ਚਮੜੀ ਦੇ ਉੱਪਰ, ਉਹਦੀਆਂ ਆਪਣੀਆਂ ਕੰਪਲੀਕੇਸ਼ਨਸ ਨੇ। ਖੁਰਚਣਾ ਤਾਂ ਥੋੜ੍ਹਾ ਹਲਕਾ ਉਂਗਲਾਂ ਨਾਲ ਖਾਰਿਸ਼ ਕਰੋ ਤਾਂ ਕਿ ਉਹ ਚਮੜੀ ਦੇ ਸੈੱਲ ਉਤਰ ਜਾਣ ਅਤੇ ਤੁਹਾਡਾ ਜਿਹੜਾ ਕੁਦਰਤ ਦੀ ਕਰਨ ਦੀ ਕੋਸ਼ਿਸ਼ ਕਰ ਰਹੀ ਉਹ ਵੀ ਹੋ ਜਾਵੇ। ਉਸ ਤੋਂ ਬਾਅਦ ਹਲਕਾ ਫੁਲਕਾ ਤੇਲ ਲਾ ਲਓ ਤਾਂ ਕਿ ਕੁਦਰਤ ਦਾ ਜਿਹੜਾ ਸਿਸਟਮ ਉਹ ਵੀ ਚੱਲਦਾ ਰਹੇ ਅਤੇ ਤੁਹਾਡਾ ਵੀ ਕੰਮ ਚੱਲਦਾ ਰਹੇ।
ਸੋ ਜਿਹੜੀਆਂ ਗੋਲੀਆਂ ਖਾਣ ਦਾ ਵਰਤਾਰਾ ਕਿਤੇ ਨਾ ਕਿਤੇ ਚਮੜੀ ਦੀਆਂ ਬਿਮਾਰੀਆਂ 'ਚ ਇਹ ਬਹੁਤ ਅੱਛਾ ਵਰਤਾਰਾ ਨਹੀਂ ਹੈ। ਪਰ ਡਾਕਟਰ ਸਾਹਿਬ ਤੁਸੀਂ ਗਣਾਈਆਂ ਹੈਗੀਆਂ ਨੇ ਸਕੈਬੀਜ਼, ਦਾਦ ਧੱਦਰੀਆਂ ਜਿਹਨੂੰ ਕਹਿੰਦੇ ਆਪਾਂ, ਅਤੇ ਚੰਬਲ ਵੀ ਹੋ ਜਾਂਦੀ ਆ, ਇਸ ਤੋਂ ਇਲਾਵਾ ਧੱਫੜ ਹੋ ਜਾਂਦੇ ਨੇ, ਕੁਝ ਚੰਦ ਬਿਮਾਰੀਆਂ ਜਿਹੜੀਆਂ ਨੇ, ਬਿਮਾਰੀਆਂ ਅਜਿਹੀਆਂ ਵੀ ਨੇ ਸੋਰੀਆਸਿਸ ਜਿਵੇਂ ਹੈਗੀ ਹੈ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈਗਾ। ਮਾਡਰਨ ਮੈਡੀਕਲ ਸਾਇੰਸ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਕੁਝ ਬਿਮਾਰੀਆਂ ਧੱਦਰੀਆਂ ਵਗੈਰਾ ਵੀ ਕੋਈ ਇਲਾਜ ਨਹੀਂ ਹੈਗਾ। ਸੋ ਥੋੜ੍ਹਾ ਜਿਹਾ ਇਹਨਾਂ ਨੂੰ ਵੀ ਡਿਟੇਲ ਦੇ ਦਿਓ ਵੀ ਇਹ ਕਿਉਂ ਹੁੰਦੀਆਂ ਨੇ, ਇਹ ਕੀ ਇਕੱਲਾ ਜ਼ਹਿਰ ਹੀ ਹੈ, ਅਤੇ ਜਦੋਂ ਬਣਦੀ ਹੈ ਅੰਦਰ ਕੀ ਅੰਦਰ ਚੇਂਜਸ ਆਉਂਦੇ ਨੇ? ਕੁਲਵੰਤ ਜੀ, ਇੱਥੇ ਮੈਂ ਸਰੋਤਿਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇ ਦਾਂ ਕਿ ਚਮੜੀ ਦੇ ਅੰਦਰ ਜਿਹੜੀਆਂ ਸਭ ਤੋਂ ਤੰਗ ਕਰਨ ਵਾਲੀਆਂ ਬਿਮਾਰੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਆਟੋ ਇਮਿਊਨ ਡਿਸਆਰਡਰਸ। ਆਟੋ ਇਮਿਊਨ ਡਿਸਆਰਡਰ ਕੀ ਨੇ? ਆਟੋ ਇਮਿਊਨ ਡਿਸਆਰਡਰ ਦੇ ਵਿੱਚ ਹੁੰਦਾ ਇਹ ਹੈ ਕਿ ਕੋਈ ਨਾ ਕੋਈ ਪ੍ਰੋਟੀਨ ਸਾਨੂੰ ਸੂਟ ਨਹੀਂ ਕਰ ਰਿਹਾ, ਉਹ ਜਾ ਕੇ ਪ੍ਰੋਟੀਨ ਜਦੋਂ ਸਾਡੇ ਅੰਦਰ ਜਾਂਦਾ ਹੈ ਤਾਂ ਸਾਡੇ ਇਮਿਊਨ ਸਿਸਟਮ ਨੂੰ ਪੈਰਾਲਾਈਜ਼ ਕਰਦਾ ਹੈ। ਸਾਡਾ ਇਮਿਊਨ ਸਿਸਟਮ ਉਸ ਪ੍ਰੋਟੀਨ ਅਤੇ ਸਾਡੀ ਆਪਣੀ ਬਾਡੀ ਦੇ ਪ੍ਰੋਟੀਨ 'ਚ ਫਰਕ ਨਹੀਂ ਕਰ ਪਾਉਂਦਾ ਕਿਉਂਕਿ ਮਿਲਦਾ ਜੁਲਦਾ ਉਹ, ਤਾਂ ਉਹ ਉਸ ਪ੍ਰੋਟੀਨ ਨੂੰ ਅਟੈਕ ਕਰਦਾ ਹੈ। ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਆਟੋਇਮਿਊਨ ਬਿਮਾਰੀਆਂ ਦੇ ਅੰਦਰ ਪ੍ਰੋਟੀਨ ਨੂੰ ਕਿਵੇਂ ਅਟੈਕ ਕਰਨਾ ਬਹੁਤ ਜ਼ਰੂਰੀ ਹੈ ਕੁਦਰਤ ਵਾਸਤੇ, ਕਿਉਂਕਿ ਜੇ ਰੋਂਗ ਪ੍ਰੋਟੀਨ ਸਾਡੀ ਬਾਡੀ 'ਚ ਆ ਕੇ ਲੱਗਦਾ ਹੈ ਤਾਂ ਉਹਦੇ ਲੰਬੇ ਸਮੇਂ 'ਚ ਜਨਰੇਸ਼ਨ, ਅਗਲੀ ਜਨਰੇਸ਼ਨ 'ਚ ਉਹਦੇ ਜਿਹੜੇ ਸਿੱਟੇ ਹੋਣਗੇ ਬਹੁਤ ਭਿਅੰਕਰ ਹੋ ਸਕਦੇ ਆ। ਜੇ ਮੇਰੇ ਸਪਰਮ 'ਚ, ਇੱਕ ਯੰਗ ਬੰਦੇ ਦੇ ਸਪਰਮ 'ਚ ਜਾਂ ਯੰਗ ਲੜਕੀ ਦੇ ਰੋਵਮ 'ਚ ਉਹ ਜਾ ਕੇ ਪ੍ਰੋਟੀਨ ਬੈਠ ਗਿਆ, ਉਹਦੇ 'ਚ ਉਹਦਾ ਅੰਡਾ ਬਣ ਗਿਆ ਜਾਂ ਉਹਦਾ ਸਪਰਮ ਬਣ ਗਿਆ, ਤੁਸੀਂ ਹਿਸਾਬ ਲਾਓ ਵੀ ਉਸ ਬੱਚਾ ਆਉਣ ਵਾਲਾ ਕਿਹੋ ਜਿਹਾ ਹੋਏਗਾ। ਇੱਕ ਉਹ ਪ੍ਰੋਟੀਨ ਬੈਠ ਗਿਆ ਜਿਹੜਾ ਪ੍ਰੋਟੀਨ ਮੇਰੀ ਬਾਡੀ ਦਾ ਹੈ ਹੀ ਨਹੀਂ, ਜਿਹੜਾ ਪ੍ਰੋਟੀਨ ਇੱਕ ਵਿਦੇਸ਼ੀ ਪ੍ਰੋਟੀਨ ਹੈ, ਜਿਹੜਾ ਪ੍ਰੋਟੀਨ ਦਾ ਪਤਾ ਨਹੀਂ ਉਹਨੇ ਕੀ ਕਰਨਾ, ਤਾਂ ਕੁਦਰਤ ਉਸ ਪ੍ਰੋਟੀਨ ਨੂੰ ਅਟੈਕ ਕਰਦੀ ਹੈ, ਉਹਨੂੰ ਉਹ ਲੱਗਣ ਨਹੀਂ ਦੇਣਾ ਚਾਹੁੰਦੀ। ਜਦੋਂ ਅਟੈਕ ਕਰਦੀ ਹੈ ਤਾਂ ਉਹ ਇੱਕ ਜ਼ਹਿਰ ਦੀ ਸ਼ਕਲ ਲੈ ਲੈਂਦਾ ਪ੍ਰੋਟੀਨ, ਫਿਰ ਉਹ ਫਿਰ ਜ਼ਹਿਰ ਨੂੰ ਕੱਢਣ ਵਾਸਤੇ ਕੁਦਰਤ ਸਕਿਨ ਨੂੰ ਯੂਜ਼ ਕਰਦੀ ਹੈ। ਉਹਨੂੰ ਫਿਰ ਉਹਨੂੰ ਧੱਕ ਕੇ ਸਕਿਨ ਵੱਲ ਨੂੰ ਭੇਜਦੀ ਵੀ ਜਾ ਬਾਹਰ ਨਿਕਲ, ਕਿਉਂਕਿ ਉਹ ਗੁਰਦੇ 'ਚੋਂ ਨਿਕਲਣ ਵਾਲਾ ਨਹੀਂ ਹੁੰਦਾ, ਉਹ ਲਿਵਰ ਤੋਂ ਵੀ ਆਕੀ ਹੋ ਜਾਂਦਾ ਹੈ। ਜਿਹੜੀ ਚੀਜ਼ ਲਿਵਰ ਤੋਂ ਅਤੇ ਗੁਰਦੇ ਤੋਂ ਆਕੀ ਹੋ ਗਈ ਉਹਨੂੰ ਫਿਰ ਕੁਦਰਤ ਉਹ ਚਮੜੀ ਵੱਲ ਨੂੰ ਧੱਕਦੀ ਹੈ ਤਾਂ ਕਿ ਚਮੜੀ 'ਚ ਕਿਉਂਕਿ ਉਹਦੀ ਸਤ੍ਹਾ ਹੈ ਉਹ ਬ੍ਰੇਕ ਹੋ ਜਾਏਗੀ, ਉਹ ਟੁੱਟ ਜਾਏਗੀ ਅਤੇ ਉਹਦੇ 'ਚੋਂ ਫਿਰ ਪਾਣੀ ਦੀ ਸ਼ਕਲ 'ਚ ਵਗੇਗਾ ਜਾਂ ਰੇਸ਼ੇ ਦੀ ਪੀਕ ਦੀ ਸ਼ਕਲ 'ਚ ਵਗੇਗਾ ਜਾਂ ਸੈੱਲਾਂ ਦੀ ਸ਼ਕਲ 'ਚ ਗਿਰ ਜਾਏਗਾ। ਤਾਂ ਸਕਿਨ ਇੱਕ ਨਜ਼ਰੀਏ ਤੋਂ ਚਮੜੀ ਗੁਰਦੇ ਨਾਲੋਂ ਅਤੇ ਲਿਵਰ ਨਾਲੋਂ ਜ਼ਿਆਦਾ ਐਫੀਸ਼ੀਐਂਟ ਹੈ, ਕਿਉਂਕਿ ਇਹ ਉਹਨਾਂ ਜ਼ਹਿਰਾਂ ਨੂੰ ਵੀ ਕੱਢ ਸਕਦੀ ਹੈ ਜਿਹੜੀਆਂ ਜ਼ਹਿਰਾਂ ਨੂੰ ਗੁਰਦੇ ਨਹੀਂ ਕੱਢ ਸਕਦੇ ਜਾਂ ਜਿਹਨਾਂ ਜ਼ਹਿਰਾਂ ਨੂੰ ਲਿਵਰ ਨਹੀਂ ਕੱਢ ਸਕਦਾ। ਸੋ ਸਕਿਨ ਦੇ ਆਪਣੇ ਗੁਣ ਨੇ, ਕਿਉਂਕਿ ਸਕਿਨ 'ਚ ਜਾ ਕੇ ਮੰਨ ਲਓ ਉਹ ਜਿਹੜਾ ਸੈੱਲ ਨੇ ਉਹ ਸਰੀਰ ਨੇ ਭੇਜਦੇ ਸਕਿਨ ਵੱਲ ਨੂੰ ਵੀ ਲਿਵਰ ਦੇ ਵੱਸ ਦਾ ਰੋਗ ਨਹੀਂ ਹੈ, ਕਿਡਨੀ ਦੇ ਵੱਸ ਦਾ ਰੋਗ ਨਹੀਂ, ਤੂੰ ਚਲੋ ਸਕਿਨ ਵੱਲ ਨੂੰ, ਸਕਿਨ ਦੇ ਸੈੱਲਾਂ 'ਚ ਜਾ ਕੇ ਲੱਗ ਗਏ ਉਹ, ਫਿਰ ਉਹ ਹੌਲੀ ਹੌਲੀ ਉਹ ਜਦੋਂ ਕਿਉਂਕਿ ਬਾਹਰਲੀ ਸਕਿਨ ਉਤਰੀ ਜਾਣੀ ਅੰਦਰੋਂ ਹੋਰ ਆਈ ਜਾਣੀ ਹੈ, ਜਦੋਂ ਬਾਹਰਲੀ ਉਤਰੇਗੀ ਤਾਂ ਉਹ ਪ੍ਰੋਟੀਨ ਗੰਦ ਬਾਹਰ ਨਿਕਲ ਗਿਆ ਅਤੇ ਸਰੀਰ ਸਾਡਾ ਸੇਫ ਹੋ ਗਿਆ। ਸੋ ਉਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਆਟੋ ਇਮਿਊਨ ਡਿਸਆਰਡਰ ਦਾ, ਜਿਹੜੀ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਸੀਗਾ ਕਿ ਆਟੋ ਇਮਿਊਨ ਡਿਸਆਰਡਰ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਅੱਜ ਦਾ ਮਾਡਰਨ ਮੈਡੀਕਲ ਸਿਸਟਮ ਬਿਲਕੁਲ ਇਨਕਿਉਰੇਬਲ ਡਿਕਲੇਅਰ ਕਰ ਚੁੱਕਾ ਹੈ ਕਿ ਲਾ ਇਲਾਜ ਨੇ, ਉਹਨੂੰ ਦਬਾਉਣ ਲਈ, ਉਸ ਰਿਐਕਸ਼ਨ ਨੂੰ ਦਬਾਉਣ ਲਈ ਦੇ ਥਰੀਰੋਇਡ, ਦੇ ਮਿਥੋਟਰੈਕਸੇਟ, ਦੇ ਹੋਰ ਲਫਲੂਨਾਮਾਈਡ, ਪਤਾ ਨਹੀਂ ਕਿੰਨੀਆਂ ਗੰਦੀਆਂ ਐਡੀਆਂ ਟੌਕਸਿਕ ਦਵਾਈਆਂ ਦਿੰਦੇ ਹਾਂ ਅਸੀਂ ਉਹਨੂੰ, ਉਸ ਰਿਐਕਸ਼ਨ ਨੂੰ ਦਬਾਉਣ ਲਈ ਜਿਹੜਾ ਰੋਂਗ ਪ੍ਰੋਟੀਨ ਨੂੰ ਕੱਢਣ ਵਾਸਤੇ ਰਿਐਕਸ਼ਨ ਹੋ ਰਿਹਾ ਬਾਡੀ 'ਚ ਅਤੇ ਉਹ ਤੰਗ ਕਰ ਰਿਹਾ ਹੈ, ਉਹਨੂੰ ਦਬਾਉਣ ਲਈ ਦਿੱਤੇ ਜਾਂਦੇ ਆ। ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਤਾਂ ਜ਼ਹਿਰ ਤਾਂ ਵਿੱਚੇ ਪਿਆ ਨਾ, ਉਹਨੂੰ ਦਬਾ ਵੀ ਦਿੱਤਾ ਤੁਸੀਂ, ਲਾਮਤ ਨੂੰ ਦਬਾ ਦਿੱਤਾ ਤਾਂ ਉਹ ਤਾਂ ਹੋਰ ਤੰਗ ਕਰੇਗਾ, ਤਾਂ ਉਹਦੇ ਨਾਲ ਕੋਈ ਪੱਲੇ ਕੁਛ ਨਹੀਂ ਪੈਂਦਾ, ਸਿਰਫ ਆਰਜੀ ਰਿਲੀਫ ਮਿਲ ਜਾਂਦਾ ਸਿੰਪਟਮ ਤੋਂ। ਲੇਕਿਨ ਸਾਡੇ ਕੋਲ ਜਿਹੜਾ ਤਰੀਕਾ ਹੈ ਉਹਨੂੰ ਡੀਟੌਕਸੀਫਾਈ ਕਰਨ ਦਾ, ਉਹਦੇ ਵਿੱਚ ਆ ਕੇ ਅਸੀਂ ਜਿਹੜਾ ਹੈ ਉਸ ਪ੍ਰੋਟੀਨ ਨੂੰ ਬਲੌਕ ਕਰਨ ਦੀ ਦੋ ਕਿਸਮ ਦੇ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ। ਇੱਕ ਤਾਂ ਅਸੀਂ ਸ਼ੱਕੀ ਪ੍ਰੋਟੀਨ ਨੂੰ ਮਾਈਨਸ ਕਰ ਦਿੰਦੇ ਹਾਂ ਡਾਈਟ 'ਚੋਂ, ਜਿਵੇਂ ਦੁੱਧ ਸਭ ਤੋਂ ਸ਼ੱਕੀ ਪ੍ਰੋਟੀਨ ਹੈ। ਦੂਸਰਾ ਸ਼ੱਕੀ ਪ੍ਰੋਟੀਨ ਹੈ ਵੀਟ ਦਾ, ਕਿਉਂਕਿ ਜਿਹੜੀ ਇਹ ਠਿਗਣੀ ਜੀ ਕਣਕ ਆਈ ਹੈ ਇਹਦਾ ਪ੍ਰੋਟੀਨ ਬਹੁਤ ਸ਼ੱਕੀ ਹੈ ਕਿ ਇਹ ਕਿਤੇ ਨਾ ਕਿਤੇ ਗਲਤ ਪ੍ਰੋਟੀਨ ਹੈ। ਤੀਜਾ ਪ੍ਰੋਟੀਨ ਹੈ ਨੋਨ ਵੈਜੀਟੇਰੀਅਨ ਫੂਡ ਦਾ, ਐਨੀਮਲ ਫੂਡ ਦਾ, ਯਾਨੀ ਕਿ ਅੰਡਾ, ਮੀਟ, ਮਛਲੀ, ਉਹਨਾਂ ਦਾ। ਅਸੀਂ ਤਿੰਨਾਂ ਨੂੰ ਮਾਈਨਸ ਕਰ ਦਿੰਦੇ ਹਾਂ। ਇਹ ਤਿੰਨ ਸ਼ੱਕੀ ਪ੍ਰੋਟੀਨ ਨੇ ਕਿ ਇਹ ਜਿਹੜੇ ਸ਼ੱਕੀ ਪ੍ਰੋਟੀਨ ਨੇ ਇਹ ਆਟੋ ਇਮਿਊਨ ਡਿਸਆਰਡਰ ਕਰ ਸਕਦੇ ਆ। ਇੱਕ ਅਸੀਂ ਗੱਲ ਕਰਦੇ ਹਾਂ ਲੀਕੀ ਗੱਟ ਨੂੰ ਬਲੌਕ ਕਰਦੇ ਹਾਂ, ਕਿ ਦੂਸਰਾ ਕਾਰਨ ਹੋ ਸਕਦਾ ਕਿ ਤੁਹਾਡੀ ਜਿਹੜੀ ਅੰਤੜੀਆਂ ਨੇ ਉਹਦਾ ਫਿਲਟਰ ਖਰਾਬ ਹੋ ਗਿਆ ਅਤੇ ਪ੍ਰੋਟੀਨ ਜਿਹੜੇ ਨੇ ਉਹ ਕੱਲਾ ਮਣਕਾ ਟੁੱਟਣ ਦੀ ਬਜਾਏ ਜਿਹੜੀ ਪ੍ਰੋਟੀਨ ਦੀ ਮਾਲਾ ਆਪਾਂ ਗੱਲ ਕੀਤੀ ਕਈ ਵਾਰੀ ਕਿ ਪ੍ਰੋਟੀਨ ਇੱਕ ਮਾਲਾ ਦੀ ਸ਼ਕਲ 'ਚ ਹੁੰਦੇ ਹੈ, ਉਹਦੇ ਅੰਦਰ 24-25 ਤਰ੍ਹਾਂ ਦੇ ਮਣਕੇ ਥਾਂ 'ਤੇ ਜਾਣ ਕੇ ਬਹੁਤ ਵੱਡੀ ਮਾਲਾ ਬਣੀ ਹੁੰਦੀ ਹੈ।
ਹਾਂ ਅਮਾਈਨੋ ਐਸਿਡ ਦੀ, ਤਾਂ ਜਦੋਂ ਉਸ ਪ੍ਰੋਟੀਨ ਨੇ ਜਾ ਕੇ ਹਜਮ ਹੋਣਾ ਤਾਂ ਉਹਨੇ ਇਕੱਲਾ ਮਣਕਾ ਟੁੱਟਣਾ ਚਾਹੀਦਾ। ਲੇਕਿਨ ਜਦੋਂ ਸਾਡੇ ਅੰਤੜੀਆਂ ਦਾ ਫਿਲਟਰ ਖਰਾਬ ਹੋ ਜਾਏ, ਜਿਹਨੂੰ ਅਸੀਂ ਲੀਕੀ ਗਟ ਕਹਿੰਦੇ ਹਾਂ, ਤਾਂ ਇਸ ਤੋਂ ਪਹਿਲਾਂ ਕਿ ਉਹ ਇਕੱਲਾ ਮਣਕਾ ਟੁੱਟੇ, ਜਦੋਂ ਗੁੱਛਿਆਂ ਦੀ ਸ਼ਕਲ 'ਚ ਹੁੰਦਾ ਅਜੇ, ਤਾਂ ਉਹ ਖੂਨ ਚਲਾ ਜਾਂਦਾ। ਪੂਰੀ ਮਾਲਾ ਤਾਂ ਨਹੀਂ ਲੰਘ ਸਕਦੀ, ਇੰਨਾ ਤਾਂ ਖਰਾਬ ਨਹੀਂ ਹੁੰਦਾ। ਲੇਕਿਨ ਪੂਰੀ ਮਾਲਾ ਪਹਿਲਾਂ ਗੁੱਛਿਆਂ 'ਚ ਟੁੱਟਦੀ ਹੈ, ਫਿਰ ਗੁੱਛੇ ਅੱਗੇ ਇਕੱਲੇ ਹੀ ਟੁੱਟਦੇ ਆ। ਅਤੇ ਜਦੋਂ ਗੁੱਛੇ ਟੁੱਟ ਗਏ ਤਾਂ ਜੇ ਫਿਲਟਰ ਤੁਹਾਡਾ ਖਰਾਬ ਹੈ ਤਾਂ ਗੁੱਛੇ ਜਿਹੜੇ ਨੇ ਖੂਨ 'ਚ ਨਿਕਲ ਜਾਂਦੇ ਆ, ਉਹ ਜਾ ਕੇ ਅੰਦਰ ਫਿਰ ਬਹੁਤ ਭੜਥੂ ਪਾਉਂਦੇ ਆ, ਉਹ ਸਰੀਰ ਨੂੰ ਭੱਜਣਾ ਪੈ ਜਾਂਦੀ ਵੀ ਇਹ ਕਿੱਥੋਂ ਆ ਗਏ। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। गलत प्रोटीन आ गया, उसी फटाफट ਐਮਰਜੈਂਸੀ ਡਿਕਲੇਅਰ ਹੋ ਜਾਂਦੀ ਹੈ ਵੀ ਇਹ ਤਾਂ ਗਲਤ ਪ੍ਰੋਟੀਨ ਆ ਗਿਆ ਅਤੇ ਇਹ ਤਾਂ ਜਿਹੜੀ ਜਨਰੇਸ਼ਨ ਨੂੰ ਖਰਾਬ ਕਰ ਸਕਦਾ। ਤਾਂ ਉਹ ਅਸੀਂ ਲੀਕੀ ਗਟ ਵੀ ਅਸੀਂ ਹੀਲ ਕਰ ਦਿੰਦੇ ਹਾਂ। ਸੋ ਅਸੀਂ ਲੀਕੀ ਗਟ ਵੀ ਹੀਲ ਹੋ ਜਾਂਦੀ ਡਾਈਟ ਨਾਲ, ਔਰ ਜਿਹੜੇ ਰੋਂਗ ਪ੍ਰੋਟੀਨ ਮਾਈਨਸ ਹੋ ਜਾਂਦੇ ਆ। ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਦੇ ਸਾਰੇ ਆਟੋਇਮਿਊਨ ਡਿਸਆਰਡਰ, ਚਾਹੇ ਉਹ ਚਮੜੀ ਦੇ ਆ, ਚਾਹੇ ਉਹ ਅਸਥਮਾ ਹੈ, ਚਾਹੇ ਉਹ ਲੰਗ ਦੇ ਇੱਕ ਆਟੋਇਮਿਊਨ ਡਿਸਆਰਡਰ ਨੇ, ਜਾਂ ਜੋੜਾਂ ਦੇ ਨੇ, ਜਾਂ ਪੂਰੀ ਬਾਡੀ ਨੇ। ਬਹੁਤ ਸਾਰੇ ਆਟੋਇਮਿਊਨ ਡਿਸਆਰਡਰ ਜਿਹੜੇ ਕਿ ਮਲਟੀ ਆਰਗਨ ਨੇ, ਜਿਵੇਂ ਸੋਰੀਆਸਿਸ ਹੈ, ਸੋਰੀਆਸਿਸ ਚਮੜੀ ਦਾ ਵੀ ਹੈ, ਸੋਰੀਆਸਿਸ ਜੋੜਾਂ ਦਾ ਵੀ ਹੈ, ਸੋਰੀਆਸਿਸ ਕੱਲ੍ਹ ਨੂੰ ਹਾਰਟ 'ਤੇ ਵੀ ਅਟੈਕ ਕਰਦਾ, ਉਹ ਨਰਵਸ ਸਿਸਟਮ 'ਤੇ ਵੀ ਅਟੈਕ ਕਰਦਾ। ਤਾਂ ਜਿਹੜੇ ਆਟੋਇਮਿਊਨ ਡਿਸਆਰਡਰ ਹੁੰਦੇ ਆ ਮੋਸਟਲੀ ਇੱਕ ਆਰਗਨ ਨੂੰ ਨਹੀਂ ਡੈਮੇਜ ਕਰਦੇ, ਇੱਕ ਆਰਗਨ ਪਹਿਲਾਂ ਡੈਮੇਜ ਕਰਦੇ ਆ, ਫਿਰ ਦੂਜਾ ਕਰਦੇ ਆ, ਫਿਰ ਤੀਜਾ ਕਰਦੇ ਆ, ਫਿਰ ਚੌਥਾ ਕਰਦੇ, ਅਲਟੀਮੇਟਲੀ ਬੰਦੇ ਦੀ ਜਾਨ ਲੈ ਕੇ ਇਹ ਪਿੱਛੇ ਛੱਡਦੇ ਆ। ਜਿਵੇਂ ਸੋਰੀਆਸਿਸ ਕਲਾਸੀਕਲ ਐਗਜ਼ਾਮਪਲ ਹੈ ਕਿ ਸੋਰੀਆਸਿਸ ਪਹਿਲਾਂ ਚਮੜੀ 'ਤੇ ਆਊਗੀ, ਤੁਸੀਂ ਉਹਨੂੰ ਦਬਾਤਾ, ਫਿਰ ਜੋੜਾਂ 'ਤੇ ਜਾਊਗੀ, ਜੋੜ ਸੁੱਜ ਜਾਣਗੇ,
ਫਿਰ ਹੋਰ ਦਬਾਤਾ, ਫਿਰ ਉਹ ਹਾਰਟ 'ਤੇ ਜਾਊਗੀ, ਹਾਰਟ ਅਟੈਕ ਦਾ ਕਾਰਨ ਬਣੂਗੀ, ਫਿਰ ਤੁਸੀਂ ਹੋਰ ਦਬਾਤਾ, ਫਿਰ ਉਹ ਨਰਵਸ ਸਿਸਟਮ 'ਤੇ ਜਾਊਗੀ, ਗੁਰਦਿਆਂ 'ਤੇ ਜਾਊਗੀ, ਤਾਂ ਸਾਰੇ ਅੰਗ ਹੌਲੀ 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 ਖਰਾਬ ਕਰ ਸਕਦੀ ਹੈ। ਅਤੇ ਇਸ ਕਰਕੇ ਜਦੋਂ ਅਸੀਂ ਜੜ ਬਲੌਕ ਕਰਤੀ ਕਿ ਉਹ ਰੋਂਗ ਪ੍ਰੋਟੀਨ ਮਾਈਨਸ ਕਰਤੇ ਜਾਂ ਅਸੀਂ ਲੀਕੀ ਗੱਟ ਕਿਉਰ ਕਰਤੀ, ਅਤੇ ਫਰਦਰ ਐਂਟਰੀ ਬੰਦ ਹੋ ਗਈ, ਪੁਰਾਣਿਆਂ ਨੂੰ ਬਾਡੀ ਡੀਲ ਕਰ ਲੈਂਦੀ ਹੈ। ਅਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ 3 ਮਹੀਨੇ ਦੇ ਵਿੱਚ ਜਦੋਂ ਅਸੀਂ ਜੜ ਬਲੌਕ ਕਰ ਦਿੰਦੇ ਹਾਂ, 3 ਮਹੀਨੇ ਦੇ ਵਿੱਚ ਉਸ ਬਿਮਾਰੀ ਦੀਆਂ ਲਾਮਤਾਂ ਲਗਭਗ ਕਾਫੀ ਠੀਕ ਹੋ ਜਾਂਦੀਆਂ ਨੇ। ਅਤੇ ਸਾਲ ਦੇ ਵਿੱਚ ਕੋਈ ਵੀ ਆਟੋਇਮਿਊਨ ਡਿਸਆਰਡਰ ਠੀਕ ਹੋ ਜਾਂਦਾ ਹੈ, ਚਾਹੇ ਉਹ ਅਲਸਰੇਟਿਵ ਕੋਲਾਈਟਿਸ ਹੈ, ਚਾਹੇ ਉਹ ਕ੍ਰੋਨਜ਼ ਡਿਜ਼ੀਜ਼ ਹੈ, ਅਲਸਰੇਟਿਵ ਕੋਲਾਈਟਿਸ ਨੂੰ ਸੰਗ੍ਰਹਿਣੀ ਕਹਿੰਦੇ ਆਪਾਂ, ਚਾਹੇ ਉਹ ਦਮਾ ਹੈ, ਚਾਹੇ ਸੋਰੀਅਸਿਸ ਹੈ, ਚਾਹੇ ਉਹ SLE ਹੈ, ਚਾਹੇ ਉਹ ਕੋਈ ਵੀ ਹੈ, ਚਾਹੇ ਉਹ ਨਰਵਸ ਸਿਸਟਮ ਦੇ ਜਿਹੜੇ ਮੋਟਰ ਨਿਊਰੋਨ ਡਿਜ਼ੀਜ਼ ਵਰਗੇ ਇਹੋ ਜਿਹੇ ਨੇ, ਸਾਰੇ ਦੇ ਸਾਰੇ ਜਿਹੜੇ ਨੇ ਆਟੋਇਮਿਊਨ ਡਿਸਆਰਡਰਸ ਉਹ 1 ਸਾਲ ਦੇ ਵਿੱਚ ਜੜ ਤੋਂ ਖਤਮ ਹੋ ਜਾਂਦੇ ਆ। ਬਹੁਤ ਵੱਡੀ ਇਹ ਬ੍ਰੇਕ ਥਰੂ ਹੈ, ਜਿਹੜੀ ਕਿ ਜਿੰਨੇ ਅਸੀਂ ਡਾਈਟ 'ਤੇ ਕੰਮ ਕਰ ਰਹੇ ਹਾਂ ਸਭ ਦੀ ਕਾਮਨ ਆਬਜ਼ਰਵੇਸ਼ਨ ਹੈ ਕਿ ਅਸੀਂ 2 ਤਰ੍ਹਾਂ ਦੀ ਬਿਮਾਰੀਆਂ ਦੇ ਬੜੇ ਖੁਸ਼ ਹੁੰਦੇ ਹਾਂ। ਜੇ ਸਾਡੇ ਕੋਲ ਆ ਜਾਂਦਾ ਮਰੀਜ਼ ਤਾਂ ਸ਼ੂਗਰ ਵਾਲਾ ਆ ਗਿਆ, ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਲੈ ਜੀ ਇਹ ਤਾਂ 100% ਰਿਜ਼ਲਟ ਵਾਲਾ ਬੰਦਾ ਆ ਗਿਆ। ਕੋਈ BP ਵਾਲਾ ਆ ਗਿਆ, ਅਸੀਂ ਬੜੇ ਖੁਸ਼ ਹਾਂ ਵੀ 100% ਰਿਜ਼ਲਟ ਵਾਲਾ ਆ ਗਿਆ। ਕੋਈ ਮੋਟਾਪੇ ਵਾਲਾ ਆ ਗਿਆ, ਸਾਨੂੰ ਪਤਾ ਵੀ ਇਹ ਸਾਡੀ ਡਾਈਟ 'ਤੇ ਇਹਨੇ ਮੋਟਾਪਾ ਠੀਕ ਹੋਣਾ ਹੀ ਹੋਣਾ। ਇਸੇ ਤਰ੍ਹਾਂ ਆਟੋਇਮਿਊਨ ਡਿਸਆਰਡਰ ਵਾਲੇ ਸਾਡੇ ਕੋਲ ਜਦੋਂ ਆਉਂਦੇ ਆ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਇਹ ਤਾਂ ਜੀ ਅਸੀਂ ਗਰੰਟੀ ਨਾਲ ਕਹਿ ਦਿੰਦੇ ਹਾਂ ਵੀ ਇਹ ਤਾਂ ਜੀ ਠੀਕ ਹੋਣਾ ਹੀ ਹੋਣਾ। ਤਾਂ ਇਹ ਜਿਹੜੀ ਖੁਸ਼ਖਬਰੀ ਹੈ, ਮੈਂ ਸਮਝਦਾ ਕਿ ਸਭ ਜਨ ਤੱਕ ਪਹੁੰਚਾਉਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਚਮੜੀ ਦੇ ਆਟੋਇਮਿਊਨ ਡਿਸਆਰਡਰ ਨੇ, ਚਾਹੇ ਉਹ ਚੰਬਲ ਹੈ, ਚਾਹੇ ਉਹ ਸੋਰੀਅਸਿਸ ਹੈ, ਚਾਹੇ ਉਹ SLE ਹੈ, ਚਾਹੇ ਉਹ ਐਗਜ਼ੀਮਾ ਹੈ, ਕੁਛ ਵੀ ਹੈ, ਜਾਂ ਅੰਤੜੀਆਂ ਦੇ ਜਿਵੇਂ ਸੰਗ੍ਰਹਿਣੀ ਹੈ, ਜਾਂ ਫੇਫੜਿਆਂ ਦਾ ਜਿਵੇਂ ਕਿ ਦਮਾ ਹੈ, ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਜਿਹੜੀ ਕਿ ਜਿਹਨੂੰ ਕਿ ਬਹੁਤ ਹੀ ਭਿਅੰਕਰ ਮੰਨਿਆ ਜਾਂਦਾ ਉਹ ਵੀ ਹੈ। ਤਾਂ ਇਹ ਸਾਰੇ ਕਿਤੇ ਨਾ ਕਿਤੇ ਜਿਹੜੇ ਨੇ, ਔਰ ਅੱਜ ਕੱਲ੍ਹ ਬਹੁਤ ਸਾਰੇ ਆਟੋਇਮਿਊਨ ਡਿਸਆਰਡਰ ਉਹ ਆ ਰਹੇ ਹੈ ਜਿਹੜੇ ਕਿ ਲੇਬਲਡ ਨਹੀਂ ਹੈ। ਸਾਨੂੰ ਜਨਰਲ ਜਿਹਾ ਇੰਪਰੈਸ਼ਨ ਹੁੰਦਾ ਵੀ ਇੱਥੇ ਵੀ ਸਿੰਪਟਮ ਆ ਰਹੇ ਆ, ਇਹਦਾ ਆਹ ਵੀ ਸਿੰਪਟਮ ਆ ਰਿਹਾ, ਆਹ ਵੀ ਸਿੰਪਟਮ ਆ ਰਿਹਾ, ਤਾਂ ਮਤਲਬ ਕੋਈ ਨਾ ਕੋਈ ਆਟੋਇਮਿਊਨਿਟੀ ਚੱਲ ਰਹੀ ਅੰਦਰ। ਤਾਂ ਉਹ ਜਿਹੜੇ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਬਹੁਤ ਵਧੀਆ ਰਿਸਪੌਂਸ ਆਉਂਦਾ ਉਹਦਾ ਡਾਈਟ ਨਾਲ, ਔਰ ਅਸੀਂ ਡਾਈਟ ਬਦਲਦੇ ਹਾਂ ਉਹਦੀ, ਅਤੇ ਡਾਈਟ ਬਦਲਣ ਸਾਰ ਹੀ ਜਿਹੜਾ ਸ਼ੁਰੂ ਹੋ ਜਾਂਦਾ ਕੰਮ 3 ਕੁ ਮਹੀਨੇ ਦੇ ਵਿੱਚ ਬੰਦਾ ਕੰਫਰਟੇਬਲ ਹੋ ਜਾਂਦਾ ਅਤੇ ਸਾਲ ਦੇ ਵਿੱਚ ਉਹ ਕਿਉਰ ਹੋ ਜਾਂਦਾ। ਇਹ ਤਾਂ ਹੋ ਗਿਆ, ਇੱਕ ਤਾਂ ਹੋ ਗਿਆ ਡਾਈਟ ਦੇ ਨਾਲ ਆਪਾਂ ਇਸ ਚੀਜ਼ ਨੂੰ ਕਿਉਰ ਕਰਦੇ ਹੈਗੇ ਆ। ਡਾਈਟ ਇੱਕ ਮੇਨ ਕਾਰਨ ਬਣਦਾ ਡਾਕਟਰ ਸਾਹਿਬ ਕਿ ਬੋਡੀ ਨੂੰ ਖਰਾਬ ਕਰਨ ਦਾ, ਕਿਉਂਕਿ ਜ਼ਹਿਰਾਂ ਜਿਹੜੀਆਂ ਨੇ ਅੱਜ ਕੱਲ੍ਹ ਡਾਈਟ ਦੇ ਰਾਹੀਂ ਹੀ ਬੋਡੀ ਦੇ ਅੰਦਰ ਜਾ ਰਹੀਆਂ ਨੇ, ਚਾਹੇ ਉਹ ਕਿਸੇ ਰੂਪ ਦੇ ਵਿੱਚ ਵੀ ਜਾ ਰਹੀਆਂ ਹੋਣ। ਹੁਣ ਆਈਏ ਡਾਈਟ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਨੇ ਜਿਹੜੀਆਂ ਹੀਲਿੰਗ ਫੈਕਟਰ ਦੇ ਵਿੱਚ ਕੰਮ ਕਰਦੀਆਂ ਹੈਗੀਆਂ ਨੇ। ਜਿਵੇਂ ਕਿ ਆਪਾਂ ਮੰਨ ਲਓ ਵੀ ਕੁਝ ਕਾੜੇ ਹੋ ਜਾਂਦੇ ਨੇ। ਡਾਈਟ ਜਿਹੜੀ ਇੱਕ ਤਾਂ ਹੁੰਦਾ ਖਾਣਾ ਪੀਣਾ ਬਦਲਿਆ, ਇੱਕ ਹੁੰਦਾ ਆਪਾਂ ਨੇ ਹੀਲਿੰਗ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਹੈਗੀਆਂ ਨੇ। ਜਿਵੇਂ ਰਸੋਈ 'ਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਪਈਆਂ ਨੇ ਜਿਨ੍ਹਾਂ ਦੇ ਨਾਲ ਹੀ ਆਪਾਂ ਉਸ ਨੂੰ ਦਵਾਈ ਵਾਂਗੂ ਵਰਤ ਕੇ ਉਸ ਨੂੰ ਆਪਾਂ ਬੋਡੀ ਨੂੰ ਠੀਕ ਕਰ ਸਕਦੇ ਹਾਂ। ਮੈਡੀਸਨਲ ਪਲਾਂਟਸ ਨੂੰ ਆਪਾਂ ਦਵਾਈ ਵਾਂਗੂ ਵਰਤ ਕੇ ਆਪਾਂ ਉਹਨੂੰ ਕਰ ਸਕਦੇ ਹੈਗੇ ਹਾਂ। ਕੁਝ ਚੀਜ਼ਾਂ ਦੀ ਆਪਾਂ ਚਟਣੀਆਂ ਬਣਾ ਕੇ ਖਾ ਵੀ ਸਕਦੇ ਹਾਂ ਅਤੇ ਕਿਸੇ ਜਗ੍ਹਾ ਦੇ ਉੱਤੇ ਲਗਾ ਵੀ ਸਕਦੇ ਹਾਂ ਉਹਦੇ ਵਾਂਗੂ ਲੇਪ ਵਾਂਗੂ। ਅਤੇ ਇਹ ਚੀਜ਼ਾਂ ਵੀ ਇਹਦੇ 'ਚ ਵੀ ਥੋੜ੍ਹਾ ਦੱਸ ਦਿਓ ਵੀ ਚਮੜੀ ਦੀਆਂ ਬਿਮਾਰੀਆਂ 'ਚ ਆਪਾਂ ਕਿੱਥੇ ਕਿਵੇਂ ਕਰ ਸਕਦੇ ਹਾਂ। ਹਾਂ ਬਿਲਕੁਲ ਗੁਰੂ ਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਜਿਹੜਾ ਚਮੜੀ ਦੇ ਅੰਦਰ ਡਾਈਟ ਤੋਂ ਇਲਾਵਾ ਕੀ ਨਹੀਂ ਖਾਣਾ ਅਤੇ ਕੀ ਖਾਣਾ, ਇਹ ਡਾਈਟ ਹੋ ਗਈ ਨਾ, ਖੁਰਾਕ ਹੋ ਗਈ। ਨੰਬਰ 2 'ਤੇ ਸਾਡੇ ਕੋਲ ਮੈਡੀਸਨਲ ਪਲਾਂਟਸ ਨੇ। ਸਕਿਨ ਦੇ ਮਾਮਲੇ 'ਚ ਮੈਡੀਸਨਲ ਪਲਾਂਟਸ ਕੁਛ ਅਸੀਂ ਕਾੜਿਆਂ ਦੀ ਸ਼ਕਲ ਦਿੰਦੇ ਹਾਂ, ਕੁਛ ਜੂਸਾਂ ਦੀ ਸ਼ਕਲ ਦਿੰਦੇ ਹਾਂ, ਕੁਛ ਆਪਾਂ ਲਾਉਣ ਵਾਸਤੇ ਵੀ ਵਰਤ ਲੈਂਦੇ ਹਾਂ। ਬਹੁਤ ਸਾਰੇ ਇਹੋ ਜਿਹੇ ਪਲਾਂਟਸ ਨੇ ਜਿਹੜੇ ਸਾਡੇ ਲਾਉਣ ਵਾਸਤੇ ਬਹੁਤ ਵਧੀਆ ਨੇ, ਸਾਡੇ ਐਗਜ਼ੀਮਾ ਵਾਸਤੇ ਜਾਂ ਸਾਡੇ ਸੋਰੀਅਸਿਸ ਵਾਸਤੇ, ਜਾਂ ਤਾਂ ਉਹ ਵੀ ਵਰਤਦੇ ਆਪਾਂ। ਔਰ ਉਸ ਤੋਂ ਬਾਅਦ ਜਿਹੜਾ ਮੈਡੀਸਨਲ ਪਲਾਂਟਸ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਦਵਾ ਪੌਦੇ ਅਤੇ ਭੋਜਨ ਪੌਦੇ ਇੱਕ ਬਹੁਤ ਵਧੀਆ ਜੋੜੀ ਹੈ। ਇਹ ਜੋੜੀ ਇੱਕ ਦੂਜੇ ਨੂੰ ਸਪੋਰਟ ਕਰਦੇ, ਜਿਵੇਂ 2 ਬਲਦਾਂ ਨਾਲ ਜਾ ਕੇ ਆਪਣਾ ਖੇਤ ਚੱਲਦਾ ਹੁੰਦਾ ਸੀਗਾ ਬਰਾਬਰ, 'ਤੇ ਉੱਦਾਂ ਹੀ ਇਹ 2 ਬਲਦ ਨੇ ਸਾਡੇ ਸਿਹਤ ਦੇ, ਜਿਹੜੇ ਸਾਨੂੰ ਚੰਗੀ ਸਿਹਤ ਵੱਲ ਲੈ ਕੇ ਜਾਂਦੇ ਆ, ਦਵਾ ਪੌਦੇ ਅਤੇ ਭੋਜਨ ਪੌਦੇ। ਤੀਜਾ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਡਾਈਟ ਜਿਹੜੀ ਐਕਸਰਸਾਈਜ਼ ਹੈ। ਐਕਸਰਸਾਈਜ਼ ਕਿਸੇ ਨਾ ਕਿਸੇ ਸ਼ਕਲ 'ਚ ਕਰਨੀ ਬੇਹੱਦ ਜ਼ਰੂਰੀ ਹੁੰਦੀ ਹੈ, ਕਿਉਂਕਿ ਐਕਸਰਸਾਈਜ਼ ਕਰਨ ਨਾਲ ਕੀ ਹੁੰਦਾ, ਪਸੀਨਾ ਵਗਦਾ ਔਰ ਸਾਰੇ ਦਾ ਸਾਰਾ ਸਿਸਟਮ ਜਿਹੜਾ ਉਹਦੀ ਸਰਕੂਲੇਸ਼ਨ, ਬਲੱਡ ਸਰਕੂਲੇਸ਼ਨ ਵੱਧਦੀ ਹੈ। ਜਿੰਨਾ ਐਫੀਸ਼ੀਐਂਟਲੀ ਖੂਨ ਦਾ ਦੌਰਾ ਚੱਲੇਗਾ ਸਰੀਰ 'ਚ ਅਤੇ ਜਿੰਨਾ ਪਸੀਨਾ ਅਸੀਂ ਬਹਾਵਾਂਗੇ ਉਨੀਆਂ ਸਾਡੀਆਂ ਬਿਮਾਰੀਆਂ ਠੀਕ ਹੋਣਗੀਆਂ। ਔਰ ਖਾਸ ਕਰਕੇ ਚਮੜੀ ਦੀਆਂ ਬਿਮਾਰੀਆਂ ਦਾ ਪਸੀਨੇ ਨਾਲ ਬਹੁਤ ਗਹਿਰਾ ਤਾਲੁਕ ਹੈ। ਜੇ ਤੁਸੀਂ ਪਸੀਨਾ ਬਹਾਉਣ ਵਾਲਾ ਕੰਮ ਕਰ ਲਿਆ ਤਾਂ ਸਮਝੋ ਤੁਹਾਡੀਆਂ ਬਿਮਾਰੀਆਂ ਠੀਕ ਹੋ ਗਈਆਂ। ਫਿਰ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਚੌਥੇ ਨੰਬਰ 'ਤੇ ਮਾਈਂਡ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਅਤੇ ਫਿਰ ਅੱਗੇ ਪੈਥੀਜ਼ ਦੀ ਗੱਲ ਕਰਦੇ ਹਾਂ। ਉਹਨਾਂ ਨੂੰ ਮਿਲਾ ਕੇ ਮੈਂ ਅੱਜ ਜਿਹੜੀ ਥੋੜ੍ਹੀ ਜਿਹੀ ਆਪਾਂ ਗੱਲ ਪਹਿਲਾਂ ਘੱਟ ਕੀਤੀ ਆ, ਆਪਾਂ ਉਹਦੀ ਗੱਲ ਕਰ ਲਈਏ ਕਿ ਅੱਜ ਨਵਾਂ ਕਨਸੈਪਟ ਆ ਰਿਹਾ ਦੁਨੀਆ 'ਚ, ਉਹਨੂੰ ਅਸੀਂ ਕਹਿੰਦੇ ਹਾਂ ਕੁਆਂਟਮ ਹੀਲਿੰਗ।
ਕੁਆਂਟਮ ਹੀਲਿੰਗ ਜਿਹੜੀ ਹੈ ਕੁਲਵੰਤ ਜੀ ਸਭ ਤੋਂ ਮਾਡਰਨ ਸਾਇੰਸ ਹੈ ਹੀਲਿੰਗ ਦੀ। ਇਹਦਾ ਮਤਲਬ ਕੀ ਹੈ ਕਿ ਊਰਜਾ ਨੂੰ ਯੂਜ਼ ਕਰਨਾ ਹੀਲਿੰਗ ਵਾਸਤੇ। ਊਰਜਾ ਕਈ ਸ਼ਕਲਾਂ ਯੂਜ਼ ਹੋ ਸਕਦੀ ਹੈ, ਜਿਵੇਂ ਐਕਸਰਸਾਈਜ਼ ਅਸੀਂ ਕਰਦੇ ਹਾਂ ਉਹ ਵੀ ਇੱਕ ਊਰਜਾ ਹੀ ਹੈ ਕਿ ਅਸੀਂ ਐਕਸਰਸਾਈਜ਼ ਕਰਕੇ ਆਪਣੀ ਬਾਡੀ ਦੀ ਸਰਕੂਲੇਸ਼ਨ ਨੂੰ ਤੇਜ਼ ਕਰਦੇ ਹਾਂ, ਪਸੀਨਾ ਬਹਾਉਂਦੇ ਹਾਂ, ਉਹ ਵੀ ਇੱਕ ਕਿਸਮ ਦੀ ਅਸੀਂ ਕਿਹੜੀ ਊਰਜਾ ਵਰਤੀ, ਆਪਣੇ ਸਰੀਰ ਦੇ ਪੱਠਿਆਂ ਦੀ ਊਰਜਾ ਵਰਤੀ ਕਿ ਅਸੀਂ ਸਰੀਰ ਦੇ ਪੱਠਿਆਂ ਨੂੰ ਚਲਾਇਆ ਖਾਸ ਢੰਗ ਨਾਲ, ਬਲੱਡ ਸਰਕੂਲੇਸ਼ਨ ਤੇਜ਼ ਹੋਇਆ ਤੇ ਉਹਦਾ ਅੱਗੇ ਦੇ ਅੱਗੇ ਸਿਮਿਲਰਲੀ ਮਾਈਂਡ ਮੈਨੇਜਮੈਂਟ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜਿਹੜਾ ਸਟ੍ਰੈਸਫੁਲ ਮਾਈਂਡ ਹੁੰਦਾ ਇਹ ਬਿਮਾਰ ਕਰਦਾ ਹੈ, ਤੇ ਜਿਹੜਾ ਸ਼ਾਂਤ ਦਿਮਾਗ ਹੁੰਦਾ ਹੈ, ਜਿਹੜਾ ਸਹਿਜ ਜਿਹਨੂੰ ਆਪਾਂ ਆਪਣੇ ਗੁਰੂਆਂ ਨੇ ਸ਼ਬਦ ਬਹੁਤ ਸੋਹਣਾ ਵਰਤਿਆ, ਸਹਿਜ ਜਿਹੜਾ ਮਾਨਸਿਕ ਸਹਿਜ ਹੈ, ਮਾਨਸਿਕ ਸਹਿਜ ਐਸਾ ਹੀ ਵਧੀਆ ਚੀਜ਼ ਹੈ ਜਿਹਨੂੰ ਤੁਸੀਂ ਪਿੱਛੇ ਜਿਹਨੂੰ ਖਬਰ ਪੜ੍ਹੀ ਹੋਣੀ ਹੈ ਵੀ ਹਿੰਦੁਸਤਾਨ ਸਭ ਤੋਂ ਦੁਖੀ ਮੁਲਕ ਹੈ, ਸਾਡਾ 146 ਮੁਲਕਾਂ 'ਚੋਂ 139ਵਾਂ ਨੰਬਰ ਹੈ। ਉਹ ਕਿਉਂ ਹੈ? ਕਿਉਂਕਿ ਸਾਡੇ ਸਹਿਜ ਹੈ ਹੀ ਨਹੀਂ। ਤਾਂ ਸਹਿਜ ਦਾ ਮਤਲਬ ਕੀ ਹੈ ਕਿ ਹਰ ਸਮੱਸਿਆ ਨੂੰ ਇੱਕ ਸ਼ਾਂਤ ਮਨ ਨਾਲ ਲੈਣਾ, ਇੱਕ ਵਿਵੇਕ ਨਾਲ, ਇੱਕ ਸਹਿਜ ਮਨ ਨਾਲ, ਇੱਕ ਸ਼ਾਂਤੀ ਨਾਲ ਨਜਿੱਠਣਾ, ਬਜਾਏ ਕਿ ਹਫੜਾ ਦਫੜੀ ਮਚਾਉਣ ਦੇ, ਬਜਾਏ ਕਿ ਮਾਰਾਮਾਰੀ ਕਰਨ ਦੇ। ਅੱਜ ਯੁੱਗ ਮਾਰਾਮਾਰੀ ਦਾ ਆ ਗਿਆ ਅਤੇ ਕੰਪੀਟੀਸ਼ਨ ਦਾ ਆ ਗਿਆ। ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇੱਕ ਦੂਜੇ ਨੂੰ ਮਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਦੂਜੇ ਨੂੰ ਟਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮਾਨਸਿਕਤਾ ਜਿਹੜੀ ਅੱਜ ਦੇ ਮਾਡਰਨ ਮਨੁੱਖ ਦੀ ਮਾਨਸਿਕਤਾ ਹੈ, ਜਿਹੜੀ ਕਿ ਬਹੁਤ ਹੀ ਤਣਾਅ ਕ੍ਰੀਏਟ ਕਰਦੀ ਹੈ। ਕਿਉਂਕਿ ਤੁਸੀਂ ਕਿਸੇ ਨੂੰ ਟਿੱਬੀ ਲਾਓਗੇ ਤਾਂ ਕੋਈ ਤੁਹਾਨੂੰ ਟਿੱਬੀ ਲਾਏਗਾ, ਤੁਸੀਂ ਕਿਸੇ ਨਾਲ ਕੰਪੀਟੀਸ਼ਨ ਕਰਾਂਗੇ ਤਾਂ ਕੋਈ ਤੁਹਾਡੇ ਨਾਲ ਕੰਪੀਟੀਸ਼ਨ ਕਰੇਗਾ। ਕੰਪੀਟੀਸ਼ਨ ਜਿਹੜਾ ਹੈ ਇਹ ਬੇਸਿਕਲੀ ਨੇਚਰ ਦੇ, ਪਰਮਾਤਮਾ ਦੇ ਰੂਲਸ ਦੇ, ਲਾਜ਼ ਦੇ ਖਿਲਾਫ ਹੈ। ਕੋਆਪਰੇਸ਼ਨ ਜਿਹੜੀ ਹੈ ਉਹ ਸਪਿਰਿਚੁਅਲ ਹੈ। ਕੋਆਪਰੇਸ਼ਨ ਜਿਹੜੀ ਹੈ ਉਹ ਨੇਚਰ ਦਾ ਨਿਯਮ ਹੈ ਕਿ ਅਸੀਂ ਸਾਰੇ ਵਹੀ ਆ, ਅਸੀਂ ਹਾਂ। ਦੇਖੋ ਤੁਸੀਂ ਸਾਰੀ ਸ੍ਰਿਸ਼ਟੀ ਜੋ ਇਕੱਲਾ ਬੰਦਾ ਜਿਹੜਾ ਮੈਂ 'ਤੇ ਖੜਾ, ਪੂਰੀ ਸ੍ਰਿਸ਼ਟੀ, ਪੂਰੀ ਨੇਚਰ ਜਿਹੜੀ ਹੈ ਉਹ ਵਹੀ 'ਤੇ ਖੜੀ ਹੈ ਐਜ਼ ਏ ਗਰੁੱਪ, ਐਜ਼ ਏ ਤੁਸੀਂ ਤਾਂ ਪੰਛੀ ਦੇਖੋ, ਕੁੱਡੇ ਝੁੰਡ, ਕਈ ਵਾਰੀ 200 300 ਚਿੜੀ ਦਾ ਝੁੰਡ ਹੁੰਦਾ, ਇਕੱਠੇ ਉੱਡ ਰਹੇ ਹੁੰਦੇ ਆ। ਉਹ ਤੁਸੀਂ ਕਿ ਦੇਖਿਆ ਚਿੜੀ ਆਪਸ 'ਚ ਟਕਰਾ ਜੇ, ਕਿੱਡਾ ਕਮਾਲ ਦਾ ਤਾਲਮੇਲ ਹੁੰਦਾ ਉਹਨਾਂ ਦਾ। ਤਾਂ ਜਿਹੜਾ ਇਹ ਨੇਚਰ ਦਾ ਨਿਯਮ ਹੈ। ਕੀੜੀਆਂ ਨੂੰ ਦੇਖ ਲਓ ਤੁਸੀਂ, ਕੀੜੀਆਂ ਕਿਵੇਂ ਲਾਈਨ ਬਣਾ ਕੇ ਤੁਰਦੀਆਂ ਨੇ, ਕਿਵੇਂ ਇੱਕ ਦੂਜੇ ਨੂੰ ਮੈਸੇਜ ਦਿੰਦੀਆਂ ਜਾਂਦੀਆਂ ਨੇ ਵੀ ਇੱਧਰ ਕੀ ਹੈ, ਇੱਧਰ ਕੀ ਹੈ। ਤਾਂ ਹਰ ਚੀਜ਼ ਦੇ ਅੰਦਰ ਜਿਹੜਾ ਹੈ ਵੀਨੈਸ ਹੈ, ਕੋਆਪਰੇਸ਼ਨ ਹੈ। ਲੇਕਿਨ ਮਨੁੱਖ ਇੱਕ ਇਹੋ ਜਿਹਾ ਬੇਵਕੂਫ ਹੈ ਜਿਹੜਾ ਕਿ ਆਪਣੇ ਹੀ ਸਭ ਤੋਂ ਨੇੜਲੇ ਬੰਦੇ ਨਾਲ ਕੰਪੀਟ ਕਰਦਾ, ਕੰਪੀਟੀਸ਼ਨ ਦੀ ਭਾਵਨਾ ਰੱਖਦਾ, ਉਹਨੂੰ ਅੱਗੇ ਜਾਣ ਦੀ ਕੋਸ਼ਿਸ਼ ਕਰਦਾ, ਉਹਨੂੰ ਟਿੱਬੀ ਲਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਤਾਂ ਇਹ ਸਾਰੇ ਦਾ ਸਾਰਾ ਜਿਹੜਾ ਭਾਵਨਾ ਹੈ, ਇਹਨੂੰ ਅਸੀਂ ਕਿੱਦਾਂ ਠੀਕ ਕਰ ਸਕਦੇ ਹਾਂ? ਉਹਨੂੰ ਅਸੀਂ ਕਹਿੰਦੇ ਮੈਡੀਟੇਸ਼ਨ। ਤਾਂ ਮੈਡੀਟੇਸ਼ਨ ਇੱਕ ਫਾਰਮ ਦੀ ਊਰਜਾ ਹੈ ਜਿਹਨੂੰ ਅਸੀਂ ਆਪਣੀ ਅੰਦਰਲੀ ਊਰਜਾ ਨੂੰ ਚੈਨਲਾਈਜ਼ ਕਰਕੇ ਅਸੀਂ ਕੁਦਰਤ ਦੇ ਨਿਯਮਾਂ ਦੇ ਨਾਲ ਜੋੜ ਦਿੰਦੇ ਹਾਂ। ਕਿਉਂਕਿ ਸਾਡਾ ਜਿਹੜਾ ਬਾਹਰੀ ਮਨ ਹੈ ਉਹ ਕੁਦਰਤ ਦੇ ਨਿਯਮਾਂ ਨੂੰ ਦੇ ਉਲਟ ਜਾ ਕੇ ਉਹ ਜਿਹੜੀ ਸਫ਼ਰ ਕਰ ਰਿਹਾ, ਉਹਦੇ 'ਚ ਦੁੱਖ ਭੋਗ ਰਿਹਾ ਹੁੰਦਾ। ਅਸੀਂ ਜਦੋਂ ਇੰਟਰਨਲਾਈਜ਼ ਕਰਦੇ ਹਾਂ ਅਤੇ ਮੈਡੀਟੇਸ਼ਨ ਕਰਵਾਉਂਦੇ ਹਾਂ, ਜਾਂ ਇਹੋ ਜਿਹੀਆਂ ਸਾਊਂਡਸ ਨੇ, ਇਹੋ ਜਿਹੀਆਂ ਜਿਹੜੀ ਧੁਨੀਆਂ ਨੇ ਜਿਹਨਾਂ ਨੂੰ ਅਸੀਂ ਅਗਰ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਵਾਹਿਗੁਰੂ ਜਾਪ ਹੈ, ਓਮ ਦੀ ਧੁਨੀ ਹੈ, ਅੱਲਾਹੂ ਦੀ ਧੁਨੀ ਹੈ, ਇਹਨਾਂ ਧੁਨੀਆਂ ਦਾ ਫਿਰ ਮੈਡੀਟੇਸ਼ਨ ਕਰਦੇ ਹਾਂ। ਤਾਂ ਉਹਨੂੰ ਅਸੀਂ ਆਪਾਂ ਕਿਸੇ ਦਿਨ ਮੇਰੇ ਖਿਆਲ 'ਚ ਆਪਾਂ ਕੁਆਂਟਮ ਹੀਲਿੰਗ 'ਤੇ ਸੈਪਰੇਟ ਵੀਡੀਓ ਬਣਾਵਾਂਗੇ, ਜਿਸ 'ਚ ਇਹਨਾਂ ਧੁਨੀਆਂ ਨੂੰ ਅਸੀਂ ਕਿੱਦਾਂ ਯੂਜ਼ ਕਰਦੇ ਹਾਂ ਆਪਣੇ ਮਨ ਨੂੰ ਸਹਿਜ 'ਚ ਲੈ ਕੇ ਆਉਣ ਦੀ, ਸ਼ਾਂਤੀ 'ਚ ਲੈ ਕੇ ਆਉਣ ਦੀ। ਇਸੇ ਤਰ੍ਹਾਂ ਆਪਾਂ ਗਰਮੀ ਨੂੰ ਆਪਾਂ ਸੇਕਾ ਦਿੰਦੇ ਹਾਂ, ਉਹ ਵੀ ਹੀਟ ਊਰਜਾ। ਆਪਾਂ ਟੱਬ 'ਚ ਬਿਠਾ ਕੇ ਗੁਰਦਿਆਂ ਦੇ ਮਰੀਜ਼ਾਂ ਨੂੰ ਠੀਕ ਕਰ ਰਹੇ ਹਾਂ, ਉਹ ਇੱਕ ਊਰਜਾ ਹੈ। ਗ੍ਰੈਵਿਟੀ ਨਾਲ ਆਪਾਂ ਕਹਿੰਦੇ ਵੀ ਲੱਤਾਂ ਵਾਲਾ ਪਾਸਾ ਉੱਚਾ ਕਰ ਲਓ, ਅਤੇ ਇੱਕ ਪੁਰਾਣਾ ਦੇਖੋ, ਉਹ ਆਪਾਂ ਕਈ ਗੱਲਾਂ ਭੁੱਲ ਜਾਂਦੇ ਹਾਂ। ਸਾਡੀ ਜਿਹੜੀ ਝੋਲੀ ਹੁੰਦੀ ਸੀ ਬੱਚੇ ਦੀ, ਜਿਹਨੂੰ ਝੋਲੀ 'ਚ ਪਾ ਕੇ ਬੱਚੇ ਨੂੰ ਘੂੜਾ ਦਿੰਦੇ ਹੁੰਦੇ ਸੀਗੇ, ਉਹ 'ਚ ਬੱਚੇ ਦੀ ਪੋਜੀਸ਼ਨ ਕੀ ਹੁੰਦੀ ਸੀ? ਸੀ ਸ਼ੇਪ, ਸਿਰ ਵੀ ਉੱਚਾ, ਲੱਤਾਂ ਵੀ ਉੱਚੀਆਂ, ਸੈਂਟਰ ਵਾਲਾ ਪੋਰਸ਼ਨ ਲੋ। ਤੁਸੀਂ ਇਮੈਜਿਨ ਕਰੋ ਮਾਂ ਦੇ ਪੇਟ 'ਚ ਬੱਚਾ ਕਿੱਦਾਂ ਹੁੰਦਾ, ਬਿਲਕੁਲ ਐਗਜ਼ੈਕਟਲੀ ਉੱਦਾਂ ਹੁੰਦਾ। ਸੋ ਅਸੀਂ ਕੁਦਰਤ ਨੂੰ ਓਬਜ਼ਰਵ ਹੀ ਨਹੀਂ ਕੀਤਾ ਕਿ ਮਾਂ ਦੇ ਪੇਟ 'ਚ ਬੱਚਾ ਕਿਸ ਪੋਜੀਸ਼ਨ 'ਚ ਬੈਠਦਾ, ਐਗਜ਼ੈਕਟਲੀ ਸੀ ਬਣਾ ਕੇ ਬੈਠਦਾ। ਜਦੋਂ ਅਸੀਂ ਬੱਚਾ ਜੰਮ ਜਾਂਦਾ ਤਾਂ ਉਹ ਝੋਲੀ 'ਚ ਪਾਉਂਦੇ ਹਾਂ ਤਾਂ ਉਹ ਬਿਲਕੁਲ ਐਗਜ਼ੈਕਟਲੀ ਸੀ ਸ਼ੇਪ 'ਚ ਹੁੰਦਾ। ਅਤੇ ਅਸੀਂ ਕੀ ਕੱਢ ਲਿਆ? ਹਾਰਡ ਬੈੱਡ ਕੱਢ ਲਿਆ। ਉਹ ਹਾਰਡ ਬੈੱਡ ਕਿਵੇਂ ਕੰਫਰਟੇਬਲ ਹੋ ਸਕਦਾ ਤੁਹਾਨੂੰ? ਤਾਂ ਅੱਜ ਫਿਰ ਵਾਪਸ ਆਉਣ ਦੀ ਲੋੜ ਹੈ ਕਿ ਅਸੀਂ ਆਪਣੀ ਸੌਣ ਦੀ ਪੋਜੀਸ਼ਨ ਸੀ ਸ਼ੇਪ ਬਣਾਈਏ। ਲੱਤਾਂ ਵੀ ਥੋੜ੍ਹੀਆਂ ਉੱਪਰ, ਕਿਉਂਕਿ ਲੱਤਾਂ ਦੇ ਅੰਦਰ ਬਲੱਡ ਸਟੈਗਨੇਟ ਕਰਦਾ, ਉਹ ਗ੍ਰੈਵਿਟੀ ਕਰਕੇ। ਗ੍ਰੈਵਿਟੀ ਦੇ ਜੋ ਸਾਈਡ ਇਫੈਕਟ ਨੇ, ਉਹਨੂੰ ਗ੍ਰੈਵਿਟੀ ਨਾਲ ਹੀ ਅਸੀਂ ਦੂਰ ਕਰਨਾ। ਕਿ ਮੰਨ ਲਓ ਸਾਰਾ ਦਿਨ ਅਸੀਂ ਲੱਤਾਂ ਨੀਚੇ ਲਟਕਾ ਕੇ ਬੈਠੇ ਰਹਿੰਦੇ ਹਾਂ, ਤਾਂ ਕਮ ਸੇ ਕਮ ਰਾਤ ਨੂੰ ਸਾਡੀਆਂ ਲੱਤਾਂ ਜਿਹੜੀਆਂ ਨੇ, ਪੁਰਾਣਾ ਮੰਜਾ
ਕਿੱਦਾਂ ਹੁੰਦਾ ਸੀਗਾ ਉਹ? ਪ੍ਰਾਣਾਯਾਮ 'ਚ ਹਲਕੀ ਜਿਹੀ ਸੀ ਸ਼ੇਪ ਹੁੰਦੀ ਸੀ, ਯਾਨੀ ਬਲੱਡ ਸਾਰਾ ਪੇਟ ਦੇ ਵਿੱਚ ਧੁੰਨੀ ਦੇ ਕੋਲ ਇਕੱਠਾ ਹੋ ਕਿਉਂਕਿ ਹਾਰਟ ਦੇ ਅਲਟੀਮੇਟਲੀ ਹਾਰਟ ਕੋਲੇ ਆਉਣਾ ਨਾ ਬਲੱਡ। ਲੱਤਾਂ 'ਚ ਸਟੈਗਨੇਟ ਨਾ ਹੋਵੇ, ਬ੍ਰੇਨ ਸਟੈਗਨੇਟ ਨਾ ਹੋਵੇ, ਸਿਰ ਵੀ ਥੋੜ੍ਹਾ ਜਿਹਾ ਉੱਚਾ। ਤੇ ਉਹਦੀ ਹੁਣ ਅੱਜ ਫਿਰ ਅਸੀਂ ਉਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਕਿ ਤੁਸੀਂ ਰਾਤ ਨੂੰ ਸੀ ਸ਼ੇਪ ਸੋਇਆ ਕਰੋ, ਲੱਤਾਂ ਥੋੜ੍ਹੀਆਂ ਲੱਤਾਂ ਉੱਪਰ, ਥੋੜ੍ਹਾ ਜਿਹਾ ਸਿਰ ਉੱਪਰ, ਅਤੇ ਫਿਰ ਉਹਨੂੰ ਸੀ ਸ਼ੇਪ ਜਿਹੜਾ ਪੁਰਾਣਾ ਮਾਂ ਦੇ ਪੇਟ ਵਾਲਾ ਪੋਸਚਰ ਉਹਨੂੰ ਬਣਾਓ। ਤਾਂ ਉਹਦੇ ਨਾਲ ਤੁਸੀਂ ਗ੍ਰੈਵਿਟੀ ਨੂੰ ਯੂਜ਼ ਕਰੋਗੇ। ਗ੍ਰੈਵਿਟੀ ਵੀ ਇੱਕ ਊਰਜਾ ਹੈ, ਉਹਨੂੰ ਯੂਜ਼ ਕਰੋਗੇ ਫॉर ਹੀਲਿੰਗ। ਗ੍ਰੈਵਿਟੀ ਨੂੰ ਯੂਜ਼ ਕਰਦੇ ਹਾਂ ਆਪਾਂ। ਸੋ ਇੱਦਾਂ ਹੀ ਸਾਊਂਡ ਨੂੰ ਯੂਜ਼ ਕਰਦੇ ਹਾਂ, ਮਿਊਜ਼ਿਕ ਨੂੰ ਆਪਾਂ ਯੂਜ਼ ਕਰਦੇ ਹਾਂ। ਦੇਖੋ ਮਿਊਜ਼ਿਕ ਨੂੰ ਕਰਦੇ ਹਾਂ ਨਾ ਯੂਜ਼, ਕਿ ਖਾਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਉਹ ਹੀਲਿੰਗ ਹੁੰਦਾ। ਧੁਨੀਆਂ ਜਿਹੜੀਆਂ ਤੁਸੀਂ ਜਿੰਨਾ ਕਲਾਸੀਕਲ ਮਿਊਜ਼ਿਕ ਸੁਣਿਆ ਹੋਣਾ, ਉਹ ਕਿਵੇਂ ਗਲ ਕੰਠ ਤੋਂ ਨਿਕਲਦਾ ਸੀਗਾ, ਜਿਹੜਾ ਸੀਗਾ ਉਹ ਕੰਠ ਵਾਲਾ ਮਿਊਜ਼ਿਕ, ਜਿਹੜਾ ਕੰਠ ਤੋਂ ਜਿਹੜੀ ਧੁਨੀ ਆਉਂਦੀ ਹੈ ਉਹ ਇੱਥੇ ਤੱਕ ਵੀ ਪਹੁੰਚਦੀ ਹੈ, ਇੱਥੇ ਤੱਕ ਵੀ ਪਹੁੰਚਦੀ ਹੈ। 5 ਸੈਂਟਰ, ਸੱਤ ਜਿਹੜੇ ਯੋਗਾ ਨੇ ਸੈਂਟਰ ਡਿਫਾਈਨ ਕੀਤੇ ਆ। 7 ਚੋਂ ਸਿਵਾਏ ਥੱਲੜੇ ਦੋ ਨੂੰ ਛੱਡ ਕੇ ਧੁਨੀ ਤੋਂ ਲੈ ਕੇ ਉੱਪਰ ਤੱਕ ਅਤੇ ਸਿਰ ਤੱਕ ਉਹ ਜਿਹੜੀ ਕਲਾਸੀਕਲ ਮਿਊਜ਼ਿਕ ਦੀ ਜਿਹੜੀ ਸਾਊਂਡ ਹੁੰਦੀ ਹੈ ਉਹ ਸਾਰੇ 5 ਸੈਂਟਰਾਂ ਨੂੰ ਸਟਿਮੂਲੇਟ ਕਰਦੀ ਹੈ। ਇਸੇ ਤਰ੍ਹਾਂ ਆਪਾਂ ਬਾਡੀ, ਅਸੀਂ ਕਹਿੰਦੇ ਬਾਡੀ ਨੂੰ ਡਰਾਈ ਮਸਾਜ ਦਿਓ, ਫ੍ਰਿਕਸ਼ਨ ਫॉर ਹੀਲਿੰਗ। ਡਰਾਈ ਮਸਾਜ ਦਿਓ, ਟੈਪਿੰਗ ਕਰੋ, ਸਿਰ ਦਾ ਮਸਾਜ ਕਰੋ, ਕੰਨਾਂ ਦਾ ਮਸਾਜ ਕਰੋ, ਹੱਥਾਂ ਦਾ ਕਰੋ, ਪੈਰਾਂ ਦਾ ਕਰੋ। ਕਿਹਨੂੰ ਯੂਜ਼ ਕਰ ਰਹੇ ਸੀ? ਫ੍ਰਿਕਸ਼ਨ ਨੂੰ ਯੂਜ਼ ਕਰ ਰਹੇ। ਸੋ એનર્ਜੀ ਨੂੰ ਯੂਜ਼ ਕਰਕੇ ਕੁਆਂਟਮ ਹੀਲਿੰਗ ਜਿਹੜੀ ਆ ਇਹ ਕਿਤੇ ਨਾ ਕਿਤੇ ਸਾਨੂੰ ਸਾਰੇ ਅੱਜ ਇਹਨੂੰ ਲਹਿਰ ਬਣਾਉਣ ਦੀ ਲੋੜ ਹੈ ਕਿ ਕਿਵੇਂ ਅਸੀਂ ਘਰ ਬੈਠੇ ਨਿੱਕੀਆਂ ਨਿੱਕੀਆਂ ਗੱਲਾਂ ਸਿੱਖ ਕੇ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਤਾਂ ਉਹ ਜਿਹੜੀ ਕੁਆਂਟਮ ਹੀਲਿੰਗ ਦੀ ਗੱਲ ਹੈ ਉਹ ਬਹੁਤ ਕਮਾਲ ਦੀ ਜਿਹੜਾ ਲੇਟੈਸਟ ਦੁਨੀਆ 'ਚ ਕੰਸੈਪਟ ਆ ਰਿਹਾ ਕਿ ਊਰਜਾ ਨੂੰ ਯੂਜ਼ ਕਰੋ, ਜਿਹੜੀ ਬਿਲਕੁਲ ਫ੍ਰੀ ਹੈ, ਬਿਲਕੁਲ ਫ੍ਰੀ ਹੈ, ਵਿੱਚ ਕੋਈ ਕੁਛ ਨਹੀਂ ਲੱਗਣਾ। ਨੈਚੁਰੋਪੈਥੀ ਪਹਿਲਾਂ ਹਵਾ ਪਾਣੀ ਦੀ ਤਾਂ ਗੱਲ ਕਰਦੀ ਹੋਈ ਹੈ, ਹਵਾ ਨਾਲ ਕਿਵੇਂ ਹੀਲ ਕਰਨਾ, ਪਾਣੀ ਨਾਲ ਕਿਵੇਂ ਹੀਲ ਕਰਨਾ ਅਤੇ ਮਿੱਟੀ ਨਾਲ ਕਿਵੇਂ ਹੀਲ ਕਰਨਾ। ਹੁਣ ਆ ਗਈ ਅਗਲੀ ਗੱਲ, ਉਸ ਤੋਂ ਨੈਚੁਰੋਪੈਥੀ ਦੀ ਨੈਕਸਟ ਫਾਰਮ ਆ ਗਈ ਕੁਆਂਟਮ ਹੀਲਿੰਗ। ਤੁਸੀਂ ਵਿੱਚ ਗੱਲ ਕੀਤੀ ਸੀ ਅਤੇ ਆਪਣੀ ਗੱਲ ਕਾਫੀ ਇੰਪੋਰਟੈਂਟ ਵਿਸ਼ੇ ਦੇ ਉੱਤੇ ਚਲੀ ਗਈ, ਕੁਆਂਟਮ ਹੀਲਿੰਗ ਦੇ ਉੱਤੇ ਚਲੀ ਗਈ, ਅਤੇ ਉਹਦੇ ਵਿੱਚੋਂ ਆਹ ਰਹਿ ਗਈ ਗੱਲ। ਅਤੇ ਮੈਂ ਫਿਰ ਉਸੇ ਗੱਲ 'ਤੇ ਆਉਣਾ ਵੀ ਕੁਛ ਚੀਜ਼ਾਂ ਅਜਿਹੀਆਂ ਨੇ ਰਸੋਈ ਦੇ ਵਿੱਚ ਪਈਆਂ ਜਾਂ ਮੈਡੀਸਨਲ ਪਲਾਂਟ ਅਜਿਹੇ ਨੇ ਜਿਨ੍ਹਾਂ ਨੂੰ ਆਪਾਂ ਲੇਪ ਦੀ ਸ਼ੇਕ ਸ਼ਕਲ ਦੇ ਵਿੱਚ ਵੀ ਆਪਾਂ ਆਪਣੀ ਸਕਿਨ ਦੀ ਡਿਜ਼ੀਜ਼ ਨੂੰ ਖ਼ਤਮ ਕਰਨ ਲਈ ਲਗਾਉਂਦੇ ਹੈਗੇ। ਉਹ ਕਿਹੜੀਆਂ? ਦੇਖੋ ਹਲਦੀ, ਦੇਖੋ ਸਭ ਤੋਂ ਇੰਪੋਰਟੈਂਟ ਹੈ। ਐਲੋਵੇਰਾ ਹੈ ਤੁਹਾਡੇ ਕੋਲੇ। ਜਿੰਨੇ ਪਲਾਂਟ ਜੂਸਿਸ ਨੇ ਅਸੀਂ ਕੀ ਕਰਦੇ ਹਾਂ, ਚਮੜੀ ਦੇ ਰੋਗਾਂ 'ਚ 3 ਚੀਜ਼ਾਂ ਕਹਿੰਦੇ ਹਾਂ ਮਲਣ ਵਾਸਤੇ, ਜਿੱਥੇ ਜ਼ਖਮ ਨਹੀਂ ਹੈ। ਇੱਕ ਟਾਈਮ ਖੋਪਿਆ ਤੇਲ ਲਾਓ, ਵੁੱਡ ਪ੍ਰੈਸਡ, ਕੱਚੀ ਕਹਾਣੀ ਦਾ ਜਿਵੇਂ ਵਰਜਨ। ਇੱਕ ਟਾਈਮ ਐਲੋਵੇਰਾ ਮਲੋ। ਇੱਕ ਟਾਈਮ ਫਰੂਟ ਪੀਲਸ, ਕੋਕੋਨਟ ਆਇਲ ਦਾ ਵਰਜਨ ਹੋਣਾ ਚਾਹੀਦਾ ਹੈ, ਵੁੱਡ ਪ੍ਰੈਸਡ ਹੋਣਾ ਚਾਹੀਦਾ ਹੈ। ਜਿਹੜਾ ਐਲੋਵੇਰਾ ਹੈ ਬਹੁਤ ਹੀ ਸੌਖਾ ਹੈ। 4 ਇੰਚੀ ਦਾ ਟੁਕੜਾ ਲਓ, ਧੋਵੋ, ਕਿਨਾਰੀ ਕੱਟੋ, ਵਿਚਾਲਿਓਂ 2 ਫੜ ਕਰ ਲਓ, ਉਹਦਾ ਗੁੱਦਾ ਮੂੰਹ 'ਚ ਲੈ ਲਓ, ਜਿਵੇਂ ਅੰਬ ਦੀ ਫੜੇ ਗੁੱਦਾ ਮੂੰਹ 'ਚ ਲੈ, ਉਹਨੂੰ ਤਾਂ ਖਾ ਲਓ। ਜਿਹੜਾ ਛਿਲਕੇ ਦੇ ਨਾਲ ਲੱਗਿਆ ਰਹਿ ਗਿਆ ਉਹਨੂੰ ਚਮੜੀ 'ਤੇ ਮਲ ਲਓ। ਜੇ ਜਿਹਨੂੰ ਪੂਰੀ ਬਾਡੀ ਦੇ ਉੱਤੇ ਐਲਰਜੀ ਹੋਈ ਵੀ ਹੋਵੇ ਉਹ ਕਿੰਨਾ ਕੁ ਵੱਡਾ ਲਾ ਲਓ? ਫਿਰ ਖਾਣ ਵਾਲਾ ਨਾ ਵਰਤੋ, ਸਾਰੀ ਬਾਡੀ 'ਤੇ ਲੱਗ ਜਾਏਗਾ। ਫਿਰ ਉਹ 4 ਇੰਚੀ ਦਾ ਜਿਹੜਾ ਟੁਕੜਾ ਅੰਦਰ ਬਹੁਤ ਹੁੰਦਾ ਜੈਲ, ਉਹ ਤਾਂ ਸਾਰੀ ਬਾਡੀ 'ਤੇ ਵੀ ਲੱਗ ਜਾਏਗਾ। ਜੇ ਉਹ ਖਾਣ ਵਾਲਾ ਨਾ ਵਰਤੋ ਬਸ। ਜਾਂ ਹੋਰ ਐਲੋਵੇਰਾ ਕਿਹੋ ਜਿਹੀ ਚੀਜ਼ ਹੈ, ਐਡਾ ਪਿਆਰਾ ਪਲਾਂਟ ਹੈ ਇਹ। ਦੇਖੋ ਇਹ ਇਹਨਾਂ ਕੁਦਰਤ ਜਿਹੜੀ ਹੈ, ਕੁਦਰਤ ਨੇ ਨਾ ਕੁਛ ਪਲਾਂਟਸ ਨੂੰ ਤਾਂ ਵਰਦਾਨ ਦਿੱਤਾ ਹੋਇਆ। ਉਹ ਐਲੋਵੇਰਾ ਉਹਦੇ 'ਚੋਂ ਇੱਕ ਹੈ, ਗਲੋ ਉਹਦੇ 'ਚੋਂ ਇੱਕ ਹੈ। ਕਿ ਇਹਨਾਂ ਨੂੰ ਇੰਨਾ ਵਰਦਾਨ ਹੈ ਵੀ ਜਿੰਨਾ ਮਰਜ਼ੀ ਇਹਨੂੰ ਗਰੋ ਕਰੀ ਜਾਓ। ਤੁਹਾਡੇ ਘਰ 'ਚ ਵੀ 4 ਗਮਲਿਆਂ 'ਚ ਲਾਇਆ ਐਲੋਵੇਰਾ, ਤੁਹਾਡੀ ਬੱਲੇ ਬੱਲੇ ਕਰਾ ਦਿੰਦਾ। ਇਸ ਤਰ੍ਹਾਂ ਗਲੋ ਦੀ ਇੱਕ ਵੇਲ ਲਾਈ, ਉਹ ਮੁੱਕਦੀ ਨਹੀਂ, ਉਹ ਆਪੇ ਚੜੀ ਜਾਂਦੀ ਹੈ ਆਪੇ। ਤੁਸੀਂ ਜਿੰਨੇ ਮਰਜ਼ੀ ਉਹਨੂੰ ਕੱਟੀ ਜਾਓ, ਫਿਰ ਵਧੀ ਜਾਂਦੀ ਹੈ। ਤਾਂ ਕੁਦਰਤ ਜਿਹੜੀ ਹੈ ਸਾਡੇ ਲਈ ਤਾਂ ਬਹੁਤ ਨਿਹਾਲ ਹੁੰਦੀ ਹੈ। ਐਲੋਵੇਰਾ ਉਹ ਪਲਾਂਟ ਹੈ ਜਿਹਦਾ ਕੋਈ ਔਖਾ ਨਹੀਂ ਹੋਣਾ। ਉਹਨੂੰ ਨਿੱਕੇ ਨਿੱਕੇ ਗਮਲਿਆਂ 'ਚ ਉੱਗ ਜਾਂਦਾ ਉਹ। ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਐਲੋਵੇਰਾ ਘਰ 'ਚ ਲਾਓ। ਐਲੋਵੇਰਾ ਚਮੜੀ ਵਾਸਤੇ ਤਾਂ ਹੈ ਹੀ ਹੈ, ਬਾਕੀ ਬਿਮਾਰੀਆਂ ਲਈ ਵੀ ਬਹੁਤ ਵਧੀਆ। ਚਮੜੀ ਦੀ ਬਿਮਾਰੀ ਲਈ ਤਾਂ ਬਹੁਤ ਵੰਡਰ ਡਰੱਗ ਹੈ। ਐਲਰਜੀ ਵਾਸਤੇ ਪੂਰੀ ਐਲਰਜੀ ਵਾਸਤੇ, ਇਨਫੈਕਸ਼ਨਾਂ ਲਈ, ਸਕੇਬੀਜ਼ ਲਈ, ਫੰਗਸ ਲਈ, ਹਰ ਕਿਸਮ ਦੇ ਉਹਦੇ ਵਾਸਤੇ। ਲਗਾਉਣਾ ਕਿਹੜੇ ਟਾਈਮ 'ਤੇ ਹੈ, ਕਿੰਨੀ ਵਾਰ ਲਾਉਣਾ? ਦੇਖੋ ਸਭ ਤੋਂ ਵਧੀਆ ਹੁੰਦਾ ਹੈ ਵੀ ਤੁਸੀਂ ਕੋਕੋਨਟ ਰੱਖੋ ਰਿਜ਼ਰਵ ਰਾਤ ਵਾਸਤੇ। ਐਲੋਵੇਰਾ ਲਾਓ ਸਵੇਰੇ ਉੱਠਣ ਸਾਰ। ਅਤੇ ਫਰੂਟ ਪੀਲ, ਜਦੋਂ ਕਦੇ ਕੇਲਾ ਖਾਧਾ, ਕੇਲੇ ਦਾ ਅੰਦਰਲਾ ਪਾਸਾ ਰਗੜ ਲਿਆ ਚਮੜੀ 'ਤੇ। ਜਦੋਂ 15-20 ਮਿੰਟ ਤੁਹਾਡੇ ਕੋਲ ਅੱਧਾ ਘੰਟਾ ਹੈਗਾ, ਕੇਲੇ ਦਾ ਅੰਦਰਲਾ ਛਿਲਕੇ ਦਾ ਅੰਦਰਲਾ ਪਾਸਾ ਉਹਨੂੰ ਚਮੜੀ 'ਤੇ ਰਗੜ ਲਓ, 15-20 ਮਿੰਟ ਬੈਠੋ, ਉਸ ਤੋਂ ਬਾਅਦ ਧੋ ਲਓ। ਇਸੇ ਤਰ੍ਹਾਂ ਜਿੰਨੇ ਵੀ ਆਪਾਂ ਜੋ ਕੁਛ ਵੀ ਲਗਾਉਣਾ ਹੈ ਇਹਨੂੰ ਧੋਣਾ ਕਿੰਨੀ ਦੇਰ ਬਾਅਦ? ਐਲੋਵੇਰਾ ਲਾ ਲਓ, ਹਲਦੀ ਲਾ ਲਓ, ਬਹੁਤ ਹੈ, ਅੱਧਾ ਘੰਟਾ ਬਹੁਤ ਹੈ, ਅੱਧਾ ਘੰਟਾ ਬਹੁਤ ਹੈ। ਹਲਦੀ ਜਿਹੜੀ ਉੱਥੇ ਵਰਤਦੇ ਅਸੀਂ ਜਿੱਥੇ ਜ਼ਖਮ ਹੋਣ,
ਜਿੱਥੇ ਜ਼ਖਮ ਹੋ ਗਿਆ, ਬਾਕੀ ਸ਼ੂਗਰ ਵਾਲੇ ਪੇਸ਼ੈਂਟ ਦਾ ਜ਼ਖਮ ਹੋ ਗਿਆ, ਤਾਂ ਫਿਰ ਅਸੀਂ ਕਹਿੰਦੇ ਹਾਂ ਹਲਦੀ ਤੇ ਐਲੋਵੇਰਾ 'ਚ ਹਲਦੀ ਨੂੰ ਕੋਲਡ ਮਿਕਸ ਕਰ ਲਓ, ਇੱਕ ਕੰਬੀਨੇਸ਼ਨ। ਦੂਜਾ ਕੰਬੀਨੇਸ਼ਨ ਬਣ ਸਕਦਾ ਨਿੰਮ ਦਾ ਜੂਸ ਕੱਢ ਲਓ, ਕੁੰਡੇ 'ਚ ਕੁੱਟੋ, ਨਿੰਮ ਦਾ ਜੂਸ, ਕੁੰਡਾ ਸਾਫ਼ ਹੋਣਾ ਚਾਹੀਦਾ, ਮਿਰਚਾਂ ਵਾਲਾ ਨਾ ਹੋਵੇ। ਕੁੰਡੇ 'ਚ ਕੁੱਟੋ ਮਿਰਚੀ, ਉਹਦਾ ਜੂਸ ਕੱਢੋ ਅਤੇ ਉਹਦੇ 'ਚ ਹਲਦੀ ਮਿਲਾਓ। ਅਤੇ ਉਹ ਹਲਦੀ ਦੀ ਬਸ ਬੇਨਤੀ ਹੈ ਵੀ ਹਲਦੀ ਜੇ ਵਧੀਆ ਹਲਦੀ ਹੋਣੀ ਚਾਹੀਦੀ ਹੈ। ਹਾਂ, ਅੰਬ ਹਲਦੀ ਹੋਵੇ ਜਾਂ ਬਹੁਤ ਵਧੀਆ ਹਲਦੀ ਹੋਵੇ, ਜਾਂ ਲੱਗਾ ਡੋਂਗ ਵਾਲੀ ਜਿਹੜੀ ਮਗਾਲੇ ਵਾਲੀ ਹਲਦੀ ਹੈ, ਉਹ ਬੜੀ ਕਮਾਲ ਦੀ ਹਲਦੀ ਹੈ। ਉਹ ਸਭ ਤੋਂ ਪਾਵਰਫੁਲ ਹਲਦੀ ਉਹ ਹੈ। ਉਸ ਤੋਂ ਬਾਅਦ ਫਿਰ ਅੰਬ ਹਲਦੀ ਹੈ। ਅੰਬ ਹਲਦੀ ਆਮ ਮਿਲਦੀ ਹੈ ਆਪਣੇ ਸਟੋਰਾਂ 'ਤੇ। ਜਿਹੜੀ ਮਗਾਲੇ ਵਾਲੀ ਹਲਦੀ ਹੈ ਉਹ ਸਾਰੇ ਸਟੋਰਾਂ 'ਤੇ ਨਹੀਂ ਮਿਲਦੀ, ਉਹ ਕਿਤੇ ਮਿਲ ਜਾਂਦੀ ਉਹ ਵੀ। ਘਿਓ ਵੀ ਮਿਕਸ ਕਰ ਸਕਦੇ ਹਾਂ ਹਲਦੀ? ਬਿਲਕੁਲ, ਦੇਸੀ ਘਿਓ ਵੀ ਕਰ ਸਕਦੇ ਹਾਂ, ਕੋਕੋਨਟ ਆਇਲ ਵੀ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਤੁਹਾਡਾ ਨੀਮ ਆਇਲ 'ਚ ਹਲਦੀ ਪਾ ਕੇ ਲਾ ਲਓ। ਬਸ ਹਲਦੀ ਦਾ ਇੱਕੋ ਹੀ ਪ੍ਰੋਬਲਮ ਥੋੜ੍ਹੀ ਆਉਂਦੀ ਵੀ ਸਟੇਨ ਕਰਦੀ ਕੱਪੜਿਆਂ ਨੂੰ, ਉੱਥੋਂ ਥੋੜ੍ਹਾ ਬਚਾਉਣਾ ਪੈਂਦਾ। ਅਦਰਵਾਈਜ਼ ਹਲਦੀ ਬਹੁਤ ਹੀ ਵੰਡਰਫੁਲ ਹੀਲਰ ਹੈ, ਬਹੁਤ ਵੰਡਰਫੁਲ ਹੀਲਰ ਹੈ। ਔਰ ਈਵਨ ਤੁਸੀਂ ਦੇਖੋ ਕੁਦਰਤ ਦੀ ਕਈ ਗਿਫਟ ਇਹੋ ਜਿਹੇ ਨੇ। ਲਾਲ ਮਿਰਚ, ਤੁਹਾਨੂੰ ਯਾਦ ਹੋਣਾ ਜਦੋਂ ਵੀ ਕੁੱਤਾ ਵੱਢ ਜਾਂਦਾ ਹੁੰਦਾ ਸੀਗਾ ਤਾਂ ਕੁੱਤੇ ਦੇ ਵੱਡੇ ਦੇ ਉੱਪਰ ਲਾਲ ਮਿਰਚ ਲਾਉਂਦੇ ਸੀਗੇ। ਇੱਕ ਵਾਰੀ ਝੰਗਿਆੜਾ ਕਢਾਉਂਦਾ ਸੀ ਉਹ ਲਾਲ ਮਿਰਚ ਲਾਈ ਹੋਈ, ਲੇਕਿਨ ਉਹਦੇ 'ਚ ਇੰਨੇ ਗੁਣ ਸੀ। ਸਵਾਲ ਮਤਲਬ ਹੈ ਕੋਈ ਜ਼ਖਮ ਪੱਕ ਜੇ। ਔਰ ਈਵਨ ਇਹ ਵੀ ਕਹਿੰਦੇ ਸੀ ਵੀ ਜਿਹੜਾ ਹਲਕੇ ਕੁੱਤੇ ਦੀ ਜਿਹੜੀ ਉਹ ਵਾਇਰਸ ਆ ਗਈ ਉਹਦੇ, ਜੇ ਕੁੱਤਾ ਹਲਕਿਆ ਨਿਕਲਿਆ ਤਾਂ ਉਹਨੂੰ ਵੀ ਉਹ ਡੀਐਕਟੀਵੇਟ ਕਰ ਦਿੰਦਾ। ਤਾਂ ਉਹ ਜਿਹੜੀ ਮਿਰਚ ਹੈ, ਲਾਲ ਮਿਰਚ ਦਾ ਜਿਹੜਾ ਪਾਊਡਰ ਸੀਗਾ, ਉਹਨੂੰ ਅਕਸਰ ਲਾਇਆ ਕਰਦੇ ਸੀਗੇ ਉਹਦੇ 'ਤੇ, ਕੁੱਤੇ ਦੇ ਵੱਡੇ 'ਤੇ। ਤਾਂ ਇੱਦਾਂ ਹੀ ਜਿਹੜੇ ਸਾਡੇ ਅੰਦਰ, ਔਰ ਸਾਡੇ ਉਹਦੇ 'ਤੇ ਸਭ ਤੋਂ ਵਧੀਆ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਯੂਰੀਨੇਸ਼ਨ। ਹਾਂ, ਉਹ ਪੁਰਾਣੇ ਜ਼ਮਾਨੇ 'ਚ ਕਹਾਵਤ ਬਣੀ ਹੋਈ ਨਾ, ਵੱਡੀ ਉਂਗਲ 'ਤੇ ਨਹੀਂ ਮੂਤਦਾ। ਤਾਂ ਉਹ ਜਦੋਂ ਮਤਲਬ ਕਿਤੇ ਕੱਟ ਲੱਗ ਜਾਣਾ ਉਂਗਲ 'ਤੇ ਤਾਂ ਆਪਣਾ ਪਿਸ਼ਾਬ ਆਪ ਹੀ ਉੱਪਰ ਕਰ ਲੈਣਾ, ਉਹ ਹੈ। ਉਸ ਤੋਂ ਬਾਅਦ ਇੱਕ ਬਹੁਤ ਵੰਡਰਫੁਲ ਚੀਜ਼ ਹੈ ਕੁਦਰਤ ਦੀ ਬਣੀ ਹੋਈ, ਉਹ ਹੈਗਾ ਆਪਣਾ ਸਲਾਈਵਾ। ਇਟਸ ਵੰਡਰ ਡਰੱਗ। ਸਾਡਾ ਸਲਾਈਵਾ ਜਿਹੜਾ ਹੈ ਉਹ 4 ਚੁਫੇਰੇ ਗੁਣਾਂ ਨਾਲ ਭਰਪੂਰ ਹੈ। ਤੁਸੀਂ ਆਪਣੇ ਸਲਾਈਵੇ ਨੂੰ ਕਿਸੇ ਵੀ ਸਕਿਨ ਦੀ ਪ੍ਰੋਬਲਮ ਲਈ ਯੂਜ਼ ਕਰ ਲਓ। ਸਵੇਰੇ ਉੱਠੋ, ਉੱਠਦੇ ਸਾਰ ਥੋੜ੍ਹੇ ਜਿਹੇ ਬੁੱਲਾਂ 'ਤੇ ਜੀਭ ਫੇਰੋ, ਤੁਹਾਡਾ ਸਲਾਈਵਾ ਆਉਣਾ ਸ਼ੁਰੂ ਹੋ ਜਾਂਦਾ। ਮੈਂ ਕਰਕੇ 20 ਫੇਰੀ ਜਾਓ, ਉਹ ਨਾਲ ਦੇ ਸਲਾਈਵਾ ਆਈ ਜਾਏਗਾ, ਉਹਨੂੰ ਲਾ ਕੇ ਆਪਣੇ ਜੇ ਤੁਹਾਡੇ ਇੱਥੇ ਝੁਰੜੀਆਂ ਪੈ ਗਈਆਂ ਨੇ, ਕਾਲੇ ਹੋ ਗਏ ਮੂੰਹ 'ਤੇ, ਆਪਣੇ ਫੇਸ 'ਤੇ ਮਲ ਲਓ। ਉਹਦੇ ਨਾਲ ਹੀ ਠੀਕ ਹੋ ਜਾਏਗੀ ਝੁਰੜੀਆਂ ਵਗੈਰਾ, ਆਪਣਾ ਛਾਈਆਂ। ਵਧੀਆ ਜਿਹੜੀ ਦਵਾਈ ਹੈ ਤੁਹਾਡੇ ਫੇਸ ਵਾਸਤੇ ਅਤੇ ਚਮੜੀ ਵਾਸਤੇ, ਤੁਹਾਡੇ ਆਪਣਾ ਸਲਾਈਵਾ ਹੈ। ਸਲਾਈਵੇ ਦਾ ਫੇਸ਼ੀਅਲ ਕਰੋ ਯਾਨੀ? ਹਾਂ, ਅਤੇ ਪਰ ਉਹ ਸਲਾਈਵੇ ਦੀ ਸਿਰਫ ਇੱਕੋ ਹੀ ਹੋਣੀ ਚਾਹੀਦੀ ਵੀ ਰਾਤ ਨੂੰ ਤੁਸੀਂ ਬਰੱਸ਼ ਕਰਕੇ ਅਗਰ ਸੁੱਤੇ ਹੋਏ ਹੋ ਤਾਂ ਸਵੇਰ ਵਾਲਾ ਕਰ ਲਓ। ਫਿਰ ਉਹਦੇ ਮਿਰਚਾਂ ਹੋ ਜਾਂਦੀਆਂ ਨੇ ਵਿੱਚ, ਫਿਰ ਉਹ ਕਈ ਦਿੱਕਤਾਂ ਆ ਜਾਂਦੀਆਂ ਖਾਣ ਪੀਣ ਹੁੰਦਾ ਨਾ, ਤਾਂ ਉਦੋਂ ਕਰੋ ਜਦੋਂ ਮੂੰਹ ਸਾਫ਼ ਹੈ। ਅਤੇ ਮੂੰਹ ਸਾਫ਼ ਕਦੋਂ ਹੁੰਦਾ? ਜਦੋਂ ਤੁਹਾਡਾ ਸਵੇਰੇ ਉੱਠਣ ਸਾਰ। ਨਾਲੇ ਵੈਸੇ ਵੀ ਸਲਾਈਵਾ ਉਸ ਵੇਲੇ ਥੋੜ੍ਹਾ ਗਾੜਾ ਹੁੰਦਾ, ਅਤੇ ਉੱਠਣ ਸਾਰ ਤੁਸੀਂ ਇਹ ਕੰਮ ਕਰ ਲਓ। ਅਤੇ ਜੇ ਤੁਹਾਡੇ ਚਮੜੀ 'ਤੇ ਕੋਈ ਉਹ ਬਣਿਆ ਹੋਇਆ ਕੋਈ ਮੰਨ ਲਓ ਦੰਦ ਚੰਬਲ ਹੈ, ਹੋਰ ਹੈ, ਉਹਦੇ ਉੱਪਰ ਵੀ ਆਪਾਂ ਸਲਾਈਵਾ ਆਪਣਾ ਲਾ ਸਕਦੇ ਹਾਂ। ਤਾਂ ਸਲਾਈਵਾ ਤੂੰ ਕੁੱਤੇ ਦੇਖੇ ਨਹੀਂ, ਕੁੱਤੇ ਹੀ ਕਰਦੇ ਆ ਆਪਣਾ ਚੱਟ ਕੇ ਠੀਕ ਕਰ। ਡੰਗਰਾਂ ਨੂੰ ਜ਼ਿਆਦਾ ਸੈਂਸ ਹੈ ਸਾਡੇ ਨਾਲੋਂ। ਕੁੱਤੇ ਦਾ ਜ਼ਖਮ ਹੋ ਜਾਏ, ਕੁੱਤਾ ਆਪਣੇ 'ਚ ਬੈਠਾ ਉਹਦਾ ਜਦੋਂ ਵਿਹਲਾ ਬੈਠਾ ਹੋਊ ਕੁੱਤਾ, ਉਦੋਂ ਆਪਣੇ ਜ਼ਖਮ ਨੂੰ ਚੱਟਣਾ ਸ਼ੁਰੂ ਕਰ ਦੂਗਾ, ਚੱਟ ਕੇ ਠੀਕ ਕਰ ਲੈਂਦਾ। ਤਾਂ ਇਹ ਕੁਦਰਤ ਦੀਆਂ ਜਿਹੜੀਆਂ ਬਹੁਤ ਗਿਫਟ ਨੇ ਸਾਡੇ ਕੋਲ, ਕਿ ਕੁਦਰਤ ਦੇ ਵਿੱਚ ਸਭ ਕੁਛ ਹੈ। ਬਸ ਅਸੀਂ ਆਪਣੀ ਜੇ ਅੱਖਾਂ ਬੰਦ ਕਰਨੀਆਂ ਤਾਂ ਸਾਡੀ ਮਰਜ਼ੀ। ਫਿਰ ਗਾਂ ਅਸੀਂ ਖਤਰਨਾਕ ਦਵਾਈਆਂ ਵਰਤੀ ਜਾਂਦੇ ਹਾਂ, ਉਹ ਫਿਰ ਜਿਹੜਾ ਹੈ ਉਹਦੇ ਖਤਰਨਾਕ ਸਿੱਟੇ ਨਿਕਲਦੇ ਆ। ਉਹ ਬਿਮਾਰੀਆਂ ਉਹ ਦਵਾਈਆਂ ਬਿਮਾਰੀਆਂ ਬਣ ਜਾਂਦੀਆਂ ਨੇ। ਤਾਂ ਇਸ ਕਰਕੇ ਕੁਦਰਤ ਦੀ ਭਾਸ਼ਾ, ਕੁਦਰਤ ਦੇ ਨਿਯਮ, ਕੁਦਰਤ ਨੂੰ ਦੇਖਣਾ, ਜਾਨਵਰਾਂ ਨੂੰ ਅਬਜ਼ਰਵ ਕਰਨਾ, ਸਭ ਉੱਥੋਂ ਸਿੱਖ ਜਾਂਦਾ ਬੰਦਾ। ਕਾੜੇ ਵੀ ਬਹੁਤ ਵਧੀਆ ਚੀਜ਼ ਨੇ। ਕਾੜਾ ਦੇਖਿਆ, ਕਾੜੇ ਦਾ ਗੁਣ ਇਹ ਹੈ, ਚਮੜੀ ਤੁਹਾਡੇ ਕਾੜੇ ਹਲਦੀ ਦਾ ਵੀ ਚੱਲ ਜਾਏਗਾ, ਅਰਿੰਡੀ ਦਾ ਚੱਲ ਜਾਏਗਾ, ਸੌਂਫ ਦਾ ਚੱਲ ਜਾਏਗਾ ਤੁਹਾਡਾ। ਉਸ ਤੋਂ ਬਾਅਦ ਚਮੜੀ 'ਚ ਗਲੋ ਚੱਲ ਜਾਏਗਾ। ਤੂੰ ਕਾੜੇ ਦਾ ਕਲੌਂਜੀ ਉਹ ਚੀਜ਼ ਹੈ ਕਿ ਜਿਹੜਾ ਪੌਦਾ ਤੁਸੀਂ ਨਹੀਂ ਖਾ ਸਕਦੇ ਉਹਦਾ ਕਾੜਾ ਪੀ ਸਕਦੇ ਹੋ। ਕਾੜੇ ਦੇ ਗੁਣ ਇਹ ਨੇ ਕਿ ਜਦੋਂ ਅਸੀਂ ਉਹਨੂੰ ਉਬਾਲਦੇ ਹਾਂ ਤਾਂ ਉਹ ਸਾਰੇ ਗੁਣ ਜਿਹੜੇ ਨੇ ਪਾਣੀ 'ਚ ਆ ਜਾਂਦੇ ਆ। ਤਾਂ ਉਹ ਪਾਣੀ ਕਿਉਂਕਿ ਪੀਣਾ ਸੌਖਾ ਬਹੁਤ ਹੈ, ਉਹਨੂੰ ਅਸੀਂ ਮੈਡੀਸਨਲ ਵਾਟਰ ਦੇ ਤੌਰ 'ਤੇ ਰਾਤ ਨੂੰ ਭਿਉਂ ਕੇ ਰੱਖ ਦਿਓ, ਸਵੇਰੇ ਉੱਠਣ ਸਾਰ ਪੀ ਲਓ, ਉਹ ਮੈਡੀਸਨਲ ਵਾਟਰ ਬਣ ਗਿਆ। ਜੇ ਸਵੇਰੇ ਉੱਠ ਕੇ ਉਬਾਲ ਕੇ ਪੀਣਾ ਤਾਂ ਉਹ ਕਾੜਾ ਬਣ ਗਿਆ। ਤਾਂ ਉਹ ਬਹੁਤ ਹੀ ਸਾਡਾ ਕਲਚਰ ਦਾ, ਸਾਡੇ ਆਯੁਰਵੇਦ ਦੇ ਅੰਦਰ ਜਿਹੜਾ ਚੱਲਣ ਰਿਹਾ ਸਾਡਾ ਹਜ਼ਾਰਾਂ ਸਾਲ ਤੋਂ ਕਾੜਿਆਂ ਦਾ ਸੀਗਾ, ਅਤੇ ਉਹ ਚੱਲਣ ਅੱਜ ਅਸੀਂ ਰਿਵਾਈਵ ਕਰ ਰਹੇ ਹੁਣ। ਔਰ ਸਾਨੂੰ ਬੜੀ ਖੁਸ਼ੀ ਹੈ ਤੁਹਾਨੂੰ ਦੱਸਦੇ ਹੋਏ
ਕਿ ਸਾਨੂੰ ਇਹ ਲੱਗਦਾ ਸੀ ਵੀ ਸਾਨੂੰ ਜੇ ਅਸੀਂ ਕਾੜੇ ਦੇਵਾਂਗੇ ਲੋਕਾਂ ਨੂੰ ਤਾਂ ਸਾਨੂੰ ਲੋਕ ਕਹਿਣਗੇ ਵੀ ਇਹ ਕਿੱਡੇ ਪਿੱਛੇ ਖਿੱਚੂ ਜਿਹੇ ਬੰਦੇ ਆ, ਦੁਨੀਆ ਕਿੱਥੇ ਲੰਘੀ ਤੇ ਕਾੜਿਆਂ 'ਤੇ ਫਿਰੀ ਜਾਂਦੇ ਆ। ਲੇਕਿਨ ਮਰੀਜ਼ਾਂ ਨੇ ਐਡਾ ਵਧੀਆ ਐਕਸੈਪਟ ਕੀਤਾ ਉਹਨੂੰ, ਕਾੜਿਆਂ ਨੂੰ ਮੰਗ ਕੇ ਲੈਂਦੇ ਆ ਵੀ ਕਾੜੇ ਕਿਹੜੇ ਪੀਆ ਜੀ, ਕਿਉਂਕਿ ਉਹਨਾਂ ਦੇ ਮਨ 'ਚ ਵੀ ਤਾਂ ਜਿਹਦਾ ਸਾਡੇ ਮਨ 'ਚ ਸ਼ਰਧਾ ਹੈ ਉਹਨਾਂ ਦੇ ਮਨ 'ਚ ਵੀ ਤਾਂ ਸ਼ਰਧਾ ਹੈ। ਉਹ ਸ਼ਰਧਾ ਇੱਕਦਮ ਫਿਰ ਛਾਲ ਮਾਰ ਕੇ ਖੜੀ ਹੋ ਜਾਂਦੀ ਹੈ ਵੀ ਹਾਂ ਇਹ ਤਾਂ ਸਾਡਾ ਹੀ ਗੱਲ ਹੈ, ਕੋਈ ਖਾਸ ਗੱਲ ਨਹੀਂ, ਇਹ ਤਾਂ ਸ਼ਰਧਾ, ਕਾੜਾ ਪੀਣਾ ਕੀ ਖਾਸ ਗੱਲ ਹੈ। ਪੀਂਦੇ ਰਹੇ ਲੋਕ, ਪੀਂਦੇ ਰਹੇ, ਸਦੀਆਂ ਤੋਂ ਪੀਂਦੇ ਰਹੇ, ਦਸ਼ਾਂਦਾ ਪੀਂਦੇ ਰਹੇ ਆ, ਉਹਦਾ ਡਾਰੀਏ ਦੇ ਆਪਣੇ ਕਾੜੇ ਸੀ, ਜ਼ੁਕਾਮ ਦੇ ਆਪਣੇ ਕਾੜੇ ਸੀਗੇ। ਇਹ ਕਮਾਲ ਦੀਆਂ ਚੀਜ਼ਾਂ ਨੇ ਜਿਹੜੀਆਂ ਕੁਦਰਤ ਦੇ ਅੰਦਰ ਸਾਡੇ ਕੋਲ ਪਈਆਂ ਨੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਚਮੜੀ ਦੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਰੂਪ ਦੇ ਵਿੱਚ ਸਾਡੇ ਅੰਦਰ ਬਿਮਾਰੀਆਂ ਆ ਜਾਂਦੀਆਂ ਤੇ ਕਿੱਦਾਂ ਅਸੀਂ ਉਸ ਨੂੰ ਹੀਲ ਕਰ ਸਕਦੇ ਹਾਂ, ਘਰ ਬੈਠੇ ਹੀ ਹੀਲ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ। ਸੋ ਇਸ ਨੂੰ ਡਾਕਟਰ ਅਮਰ ਸਿੰਘ ਆਜ਼ਾਦ। ਚਮੜੀ ਦੀਆਂ ਬਿਮਾਰੀਆਂ ਕਿਵੇਂ ਸਾਡੀ ਬੋਡੀ ਯਾਨੀ ਸਰੀਰ ਦੇ ਅੰਦਰ ਐਂਟਰ ਹੁੰਦੀਆਂ ਨੇ, ਚਮੜੀ ਦੇ ਰੋਗ ਕਿਹੜੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ, ਕਿਹੜੇ ਰੂਪ ਅਜਿਹੇ ਹੁੰਦੇ ਨੇ ਜਿਹੜੇ ਕਿ ਸਿੰਪਲ ਹੁੰਦੇ ਨੇ ਤੇ ਕਿਹੜੇ ਰੂਪ ਅਜਿਹੇ ਹੁੰਦੇ ਨੇ ਜਿਹੜੇ ਆਟੋ ਇਮਿਊਨ ਡਿਸਆਰਡਰਸ 'ਚ ਆ ਜਾਂਦੇ ਨੇ, ਯਾਨੀ ਕਿ ਸਾਡਾ ਇਮਿਊਨ ਸਿਸਟਮ ਸਾਡੇ ਆਪਣੇ ਆਪ ਨੂੰ ਹੀ ਖਾਣ ਲੱਗਦਾ, ਆਪਣੇ ਆਪ ਹੀ ਜਿਹੜੇ ਰੋਗ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ ਉਹਦੇ ਨਾਲ। ਤੇ ਕਿਹੜੇ ਰੋਗ ਅਜਿਹੇ ਨੇ ਜਿਹੜੇ ਕਿ ਅਸੀਂ ਆਪਣੇ ਘਰ ਬੈਠੇ ਕਾੜਿਆਂ ਨਾਲ ਠੀਕ ਕਰ ਸਕਦੇ ਹਾਂ, ਉਹਨੂੰ ਚਟਣੀਆਂ ਬਣਾ ਕੇ ਉਹਦੇ ਰੂਪ ਦੇ ਵਿੱਚ ਉੱਪਰ ਲੇਪ ਬਣਾ ਕੇ ਲਾ ਸਕਦੇ ਹਾਂ, ਉਸ ਨੂੰ ਉਹ ਕਿਹੜੇ ਰੂਪਾਂ ਦੇ ਵਿੱਚ ਅਸੀਂ ਉਸ ਨੂੰ ਕਿੱਦਾਂ ਠੀਕ ਕਰ ਸਕਦੇ ਹਾਂ, ਅੱਜ ਪੂਰੇ ਵਿਸਥਾਰ ਦੇ ਨਾਲ ਤੁਹਾਡੇ ਸਾਹਮਣੇ ਰੱਖਿਆ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤੇ ਜਿਹੜੇ ਆਪਣੇ ਡਾਕਟਰ ਆਪ ਬਣਨ ਦੇ ਇੱਛੁਕ ਨੇ ਉਹ ਇਹ ਵੀ ਸੋਚਦੇ ਹੋਣੇ ਕਿ ਅਸੀਂ ਤਾਂ ਆਪਣਾ ਡਾਕਟਰ ਆਪ ਬਣਨਾ ਹੀ ਬਣਨਾ, ਆਪਣਾ ਆਲਾ ਦੁਆਲਾ ਵੀ ਜਿਹੜਾ ਸੁਧਾਰਨਾ ਹੈਗਾ, ਕਿਉਂਕਿ ਉਹ ਵੀ ਰੋਗਾਂ ਦੇ ਨਾਲ ਗ੍ਰਸਤ ਹੈਗਾ, ਤੇ ਉਹਨਾਂ ਨਾਲ ਇਹ ਵੀਡੀਓ ਪਹੁੰਚਾਈ ਜਾਵੇ ਤੇ ਉਹ ਜ਼ਰੂਰ ਇਹ ਵੀਡੀਓ ਪਹੁੰਚਾਉਣਗੇ। ਜਿਹੜੇ ਲੋਕ ਇਹ ਵੀਡੀਓ ਨੂੰ ਦੇਖ ਰਹੇ ਨੇ, ਉਮੀਦ ਕਰਦੇ ਹਾਂ ਕਿ ਪੁੰਨਦਾਨ ਤੇ ਲੰਗਰ ਲਾਉਣੇ ਬੰਦ ਕਰਕੇ ਅਜਿਹੀਆਂ ਹੀ ਵੀਡੀਓ ਜਿਹੜੀਆਂ ਨੇ ਫਾਰਵਰਡ ਕਰਕੇ ਪਬਲਿਕ ਤੱਕ ਪਹੁੰਚਾਉਣਗੇ, ਤਾਂ ਕਿ ਲੋਕਾਂ ਨੂੰ ਇਲਾਜ ਦਾ ਤਰੀਕਾ ਮਿਲੇ, ਘਰ ਬੈਠੇ ਹੀ ਉਹਨਾਂ ਦਾ ਇਲਾਜ ਮਿਲੇ। ਬਹੁਤ ਸਾਰੇ ਲੋਕ ਭਟਕ ਰਹੇ ਨੇ, ਇਲਾਜ ਨਹੀਂ ਮਿਲ ਪਾ ਰਿਹਾ, ਇਲਾਜ ਦਾ ਤਰੀਕਾ ਮਿਲੇ। ਜੇ ਇਲਾਜ ਕਰਾ ਕੇ ਠੀਕ ਹੁੰਦੇ ਨੇ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।